ਆਪਾਂ ਅੱਜ ਜਿਹੜਾ ਮਕੈਨੀਕਲ ਪ੍ਰੋਪਰਟੀਜ਼ ਆਫ ਸੋਲਿਡ ਸੀਗਾ ਉਹਨੂੰ ਆਪਾਂ ਅੱਗੇ ਤੋਰਦੇ ਹਾਂ ਤੇ ਉਹਦੇ ਵਿੱਚ ਆਪਾਂ ਪਹਿਲਾਂ ਹੁਕਸ ਲਾ ਕਰ ਚੁੱਕੇ ਹਾਂ। ਹੁਕਸ ਲਾ ਦੇ ਵਿੱਚ ਕੀ ਸੀਗਾ ਦੱਸ ਸਕਦਾ ਕੋਈ? ਕੀ ਸੀਗਾ ਹੁਕਸ ਲਾ? ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਤੇ ਜੇ ਆਪਾਂ ਇਹਨੂੰ ਲਿਖੀਏ ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ, ਤੇ ਹੁਣ ਜੇਕਰ ਮੈਂ ਸਟ੍ਰੈਸ ਨੂੰ ਬਟੇ ਸਟ੍ਰੇਨ ਕਰਦਾ ਤਾਂ ਇਹ ਕੀ ਬਣ ਗਿਆ ਬਈ? ਸਟ੍ਰੈਸ ਬਟੇ ਸਟ੍ਰੇਨ ਕਰਦਾ ਇਹਨੂੰ ਕੀ ਕਹਾਂਗੇ? ਇਜ਼ ਇਕੁਅਲ ਟੂ ਕੌਂਸਟੈਂਟ। ਸੋ ਇਹ ਬਣ ਗਏ ਸਾਡੇ ਮੋਡੂਲਸ ਆਫ ਇਲਾਸਟੀਸਿਟੀ। ਕਲੀਅਰ? ਹੁਣ ਡਿਪੈਂਡ ਕਰਦਾ ਵੀ ਸਟ੍ਰੈਸ ਕਿਹੜੀ ਆ ਤੇ ਸਟ੍ਰੇਨ ਕਿਹੜੀ ਆ, ਤਾਂ ਵੀ ਹੈਵ 3 ਡਿਫਰੈਂਟ ਮੋਡੂਲਸ ਆਫ ਇਲਾਸਟੀਸਿਟੀ: ਯੰਗਸ ਮੋਡੂਲਸ, ਬਲਕ ਮੋਡੂਲਸ ਐਂਡ ਮੋਡੂਲਸ ਆਫ ਸ਼ੀਅਰ। ਕਲੀਅਰ? ਸੋ ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਕੀਤਾ ਸੀ ਸਟ੍ਰੈਸ ਸਟ੍ਰੇਨ ਗ੍ਰਾਫ। ਮਤਲਬ ਅਸੀਂ ਕਿਸੇ ਮਟੀਰੀਅਲ ਵਾਸਤੇ ਸਟ੍ਰੈਸ ਤੇ ਸਟ੍ਰੇਨ ਦਾ ਗ੍ਰਾਫ ਪਲਾਟ ਕਰਦੇ ਹਾਂ ਤਾਂ ਉਹ ਸਾਡੇ ਕੋਲੇ ਸਾਨੂੰ ਇਹ ਨੌਲੇਜ ਦਿੰਦਾ ਬਈ ਕਿਹੜਾ ਮਟੀਰੀਅਲ ਕਿੱਥੇ ਯੂਜ਼ ਹੋ ਸਕਦਾ, ਕਿਹੜੇ ਮਟੀਰੀਅਲ ਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਨੇ, ਕਿਹੜੇ ਮਟੀਰੀਅਲ ਦੀਆਂ ਸ਼ੀਟਸ ਬਣਾਈਆਂ ਜਾ ਸਕਦੀਆਂ ਨੇ, ਕਿਹੜੇ ਮਟੀਰੀਅਲ ਥੋੜ੍ਹਾ ਜਿਹਾ ਫੋਰਸ ਲਾਏ ਤੇ ਟੁੱਟ ਸਕਦੇ ਆ, ਕਿੱਥੇ ਟੁੱਟ ਸਕਦੇ ਆ, ਕਿੰਨਾ ਫੋਰਸ ਲਾਈਏ ਉਹ ਟੁੱਟ ਜਾਣਗੇ। ਸੋ ਇਹ ਐਵਰੀਥਿੰਗ ਆਫ ਦਿਸ ਇਜ਼ ਸਟੱਡੀਡ ਬਾਏ ਪਲੋਟਿੰਗ ਸਟ੍ਰੈਸ ਵਰਸਸ ਸਟ੍ਰੇਨ ਗ੍ਰਾਫ। ਸੋ ਕੀ ਸੀਗਾ ਇਹ? ਅਸੀਂ ਸਟ੍ਰੈਸ ਤੇ ਸਟ੍ਰੇਨ ਦਾ ਗ੍ਰਾਫ ਪੜ੍ਹਿਆ ਸੀ, ਤਾਂ ਉਹਦੇ ਵਿੱਚ ਆਪਾਂ ਇੱਕ ਪਾਸੇ ਸਟ੍ਰੈਸ ਯੂਜ਼ ਕਰ ਲੈਂਦੇ ਹਾਂ ਪਲਾਟ ਤੇ ਦੂਸਰੇ ਪਾਸੇ ਸਟ੍ਰੇਨ। ਸੋ ਅਸੀਂ ਵਾਈ ਐਕਸਿਸ ਵਾਲੇ ਪਾਸੇ ਸਟ੍ਰੈਸ ਪਲਾਟ ਕਰਦੇ ਹਾਂ ਤੇ ਐਕਸ ਐਕਸਿਸ ਵਾਲੇ ਪਾਸੇ ਸਟ੍ਰੇਨ ਪਲਾਟ ਕਰਦੇ ਹਾਂ। ਸਟ੍ਰੇਨ ਐਕਚੁਅਲੀ ਹੁੰਦੀ ਕੀ ਆ? ਜਦੋਂ ਅਸੀਂ ਕਿਸੇ ਬੋਡੀ ਨੂੰ ਅੰਡਰ ਸਟ੍ਰੈਸ ਕਰਦੇ ਹਾਂ, ਮਤਲਬ ਉਹਨੂੰ ਖਿੱਚਦੇ ਹਾਂ ਜਾਂ ਪੁਸ਼ ਕਰਦੇ ਹਾਂ। ਸਟ੍ਰੈਸ ਦਾ ਮਤਲਬ ਇਹੀ ਆ ਵੀ ਜਿਹੜੀ ਉਹਦੀ ਓਰੀਜਨਲ ਡਿਮੈਂਸ਼ਨ ਆ ਬੋਡੀ ਦੀ, ਓਰੀਜਨਲ ਸਾਈਜ਼ ਐਂਡ ਸ਼ੇਪ ਆ, ਉਹਨੂੰ ਚੇਂਜ ਕਰਨਾ ਕਿਸੇ ਤਰੀਕੇ ਨਾਲ। ਜੇ ਆਪਾਂ ਉਹਨੂੰ ਖਿੱਚਦੇ ਹਾਂ ਤਾਂ ਉਹਨੂੰ ਅਸੀਂ ਕਹਿੰਦੇ ਆ ਵੀ ਇਹਨੂੰ ਟੈਨਸ਼ਨ ਦੇ ਰਹੇ ਹਾਂ। ਉਹਨੂੰ ਅਸੀਂ ਟੈਂਸਾਈਲ ਸਟਰੈਂਥ ਵੀ ਕਹਿ ਦਿੰਦੇ ਹਾਂ, ਟੈਂਸਾਈਲ ਸਟ੍ਰੈਸ ਵੀ ਕਹਿ ਦਿੰਦੇ ਹਾਂ। ਅਤੇ ਜੇਕਰ ਅਸੀਂ ਉਹਨੂੰ ਕੰਪਰੈਸ ਕਰਦੇ ਹਾਂ ਤਾਂ ਉਹਨੂੰ ਕੰਪਰੈਸਿਵ ਸਟ੍ਰੈਸ ਵੀ ਕਹਿ ਦਿੰਦੇ ਹਾਂ। ਦੋਨਾਂ ਕੇਸਾਂ 'ਚ ਉਹਨੂੰ ਅਸੀਂ ਨੋਰਮਲ ਸਟ੍ਰੈਸ ਵੀ ਕਹਿ ਦਿੰਦੇ ਹਾਂ, ਬਿਕੋਜ਼ ਉਹ ਨੋਰਮਲ ਟੂ ਦੀ ਸਰਫੇਸ ਲੱਗਦੀ ਹੈ। ਨੋਰਮਲ ਸਟ੍ਰੈਸ ਨੂੰ ਮਤਲਬ ਅਸੀਂ 2 ਕਿਸਮ ਦੀ ਕਹਿ ਸਕਦੇ ਹਾਂ। ਜੇ ਖਿੱਚਦੇ ਹਾਂ ਤਾਂ ਟੈਂਸਾਈਲ ਸਟ੍ਰੈਸ, ਜੇ ਪ੍ਰੈਸ ਕਰਦੇ ਹਾਂ ਤਾਂ ਕੰਪਰੈਸਿਵ। ਪਰ ਕਿਉਂਕਿ ਦੋਨੇ ਏਰੀਆ ਦੇ ਪਰਪੈਂਡੀਕੂਲਰ ਹੀ ਹੁੰਦੀਆਂ ਨੇ, ਇਸ ਕਰਕੇ ਉਹਨਾਂ ਨੂੰ ਅਸੀਂ ਨੋਰਮਲ ਸਟ੍ਰੈਸ ਇਕੱਲਾ ਵੀ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਸਟ੍ਰੇਨ ਵੀ ਹੈ, ਅਤੇ ਟੈਂਸਾਈਲ ਸਟ੍ਰੇਨ ਅਤੇ ਕੰਪਰੈਸਿਵ ਸਟ੍ਰੇਨ। ਜੇਕਰ ਲੰਬਾਈ ਵਾਈਜ਼ ਕੋਈ ਚੀਜ਼ ਖਿੱਚੀ ਜਾਂਦੀ ਆ ਤਾਂ ਉਹਨੂੰ ਅਸੀਂ ਆਮ ਤੌਰ 'ਤੇ ਲੌਂਗੀਚਿਊਡਨਲ ਸਟ੍ਰੇਨ ਕਹਿ ਦਿੰਦੇ ਹਾਂ। ਤਾਂ ਸਟ੍ਰੇਨ ਕੀ ਆ ਵੀ ਸ਼ਕਲ ਕਿੰਨੀ ਬਦਲ ਰਹੀ ਆ, ਕੋਈ ਚੀਜ਼ ਕਿੰਨੀ ਖਿੱਚੀ ਗਈ, ਉਹਨੂੰ ਅਸੀਂ ਸਟ੍ਰੇਨ ਕਹਿੰਦੇ ਹਾਂ। ਸੋ ਚੇਂਜ ਇਨ ਡਿਮੈਂਸ਼ਨਸ ਓਵਰ ਓਰੀਜਨਲ ਡਿਮੈਂਸ਼ਨਸ। ਕਲੀਅਰ? ਉਹਨੂੰ ਅਸੀਂ ਸਟ੍ਰੇਨ ਕਹਿੰਦੇ ਹਾਂ। ਜੇ ਲੈਂਥ 'ਚ ਹੋਵੇ ਤਾਂ ਲੌਂਗੀਚਿਊਡਨਲ, ਅਤੇ ਵੋਲੀਅਮ 'ਚ ਹੋਵੇ ਤਾਂ ਵੋਲੀਓਮੈਟ੍ਰਿਕ, ਅਤੇ ਜੇ ਐਂਗਲ ਚੇਂਜ ਹੁੰਦਾ ਪਾਸੇ ਨੂੰ ਤਾਂ ਉਹਨੂੰ ਸ਼ੀਅਰ ਸਟ੍ਰੇਨ ਕਹਿ ਦਿੰਦੇ। ਕਲੀਅਰ? ਸੋ ਇਟ ਇਜ਼ ਆਲ ਵੀ ਹੈਵ ਡਨ ਆਲਰੇਡੀ। ਸੋ ਅਸੀਂ ਦੇਖਦੇ ਹਾਂ ਵੀ ਜੇਕਰ ਅਸੀਂ ਕਿਸੇ ਤਾਰ ਨੂੰ, ਜਿਹੜੀ ਕਿ ਸਿਲੰਡਰੀਕਲ ਸ਼ਕਲ ਹੁੰਦੀ ਹੈ ਜਿਹਦੀ, ਉਹਨੂੰ ਅਸੀਂ ਖਿੱਚਦੇ ਹਾਂ। ਸੋ ਇਹ ਆਪਾਂ ਪ੍ਰੈਕਟੀਕਲ ਵੀ, ਮੈਂ ਅੱਜ ਵੀਡੀਓ ਪ੍ਰੈਕਟੀਕਲ ਵਾਲੀ ਵੀ ਤੁਹਾਨੂੰ ਪਾਊਂਗਾ, ਉਹ ਆਲਰੇਡੀ ਪ੍ਰੈਕਟੀਕਲ ਕੀਤਾ ਹੋਇਆ ਆਪਣਾ। ਸੋ ਉਹਦੇ ਵਿੱਚ ਆਪਾਂ ਯੰਗਸ ਮੋਡੂਲਸ ਆਫ ਇਲਾਸਟੀਸਿਟੀ ਆਫ ਏ ਵਾਇਰ ਕੱਢੀ ਹੋਈ ਆ, ਤਾਂ ਤੁਸੀਂ ਉਹਨੂੰ ਧਿਆਨ ਨਾਲ ਦੇਖਿਓ ਵੀ ਕਿਵੇਂ ਕੈਲਕੂਲੇਟ ਕੀਤੀ ਆ। ਸੋ ਇੱਥੋਂ ਅਸੀਂ ਫੜ ਕੇ ਥੱਲੇ ਇਹਨੂੰ ਖਿੱਚਦੇ ਹਾਂ, ਥੱਲੇ ਨੂੰ ਅਸੀਂ ਸਟ੍ਰੈਸ ਲਾਉਂਦੇ ਹਾਂ। ਸਟ੍ਰੈਸ ਕੀ ਆ? ਫੋਰਸ ਪਰ ਯੂਨਿਟ ਏਰੀਆ। ਫੋਰਸ ਲਾਉਂਦੇ ਆ ਪਰ ਯੂਨਿਟ ਏਰੀਆ। ਏਰੀਆ ਕਿਹੜਾ? ਜਿਹੜਾ ਇੱਥੇ ਆ। ਕਲੀਅਰ? ਤਾਂ ਇਹ ਕੀ ਕਰਦੀ ਆ ਜੀ? ਖਿੱਚੀ ਜਾਂਦੀ ਆ ਥੱਲੇ ਨੂੰ, ਮਤਲਬ ਇਹਦੇ ਵਿੱਚ ਅਲੋਂਗੇਸ਼ਨ ਪ੍ਰੋਡਿਊਸ ਹੋ ਜਾਂਦੀ ਆ। ਸਪੋਜ਼ ਕਰ ਲਈਏ ਸਾਡੇ ਕੋਲ ਡੈਲਟਾ ਐਲ ਅਲੋਂਗੇਸ਼ਨ ਪ੍ਰੋਡਿਊਸ ਹੋ ਗਈ। ਓਰੀਜਨਲ ਲੈਂਥ ਦੀ ਜਿਹੜੀ ਸੀਗੀ ਉਹ ਕੈਪੀਟਲ ਐਲ ਸੀ। ਸੋ ਇਹਨੂੰ ਅਸੀਂ ਕਹਾਂਗੇ, ਜੇ ਡੈਲਟਾ ਐਲ ਓਵਰ ਐਲ ਕੱਢ ਲਈਏ ਤਾਂ ਦੈਨ ਦਿਸ ਇਜ਼ ਅਵਰ ਸਟ੍ਰੇਨ। ਕਲੀਅਰ ਹੈ ਗੱਲ? ਓਕੇ। ਹੁਣ ਜਦੋਂ ਅਸੀਂ ਇਹਨੂੰ ਥੋੜ੍ਹਾ ਥੋੜ੍ਹਾ ਵੇਟ ਪਾਉਂਦੇ ਹਾਂ, ਇਕੁਅਲ ਇਨਕਰੀਮੈਂਟਸ ਇਨ ਵੇਟ ਪਾਉਂਦੇ ਹਾਂ, ਤਾਂ ਕੀ ਹੁੰਦਾ?
ਸਾਡੇ ਕੋਲੇ ਸਟਰੈਸ ਪਾਈ ਜਾਂਦੇ ਆ, ਨਾਲ ਦੀ ਨਾਲ ਸਟਰੇਨ ਡਿਵੈਲਪ ਹੋਈ ਜਾਂਦੀ ਹੈ। ਸਟਰੈਸ ਦਾ ਮਤਲਬ ਕੀ ਆ? ਫੋਰਸ ਓਵਰ ਏਰੀਆ, ਅਸੀਂ ਫੋਰਸ ਲਾਈ ਜਾਂਦੇ ਆ ਉਸੇ ਪਾਰਟੀਕੂਲਰ ਏਰੀਆ ਤੇ, ਦੈਨ ਵੀ ਗੈਟ ਏ ਗ੍ਰਾਫ ਲਾਈਕ ਦਿਸ। ਸੋ ਅਸੀਂ ਇੱਥੇ ਪਹੁੰਚ ਗਏ, ਇੱਥੇ ਤੱਕ ਜਿਹੜਾ ਗ੍ਰਾਫ ਆ ਸਾਡਾ ਉਹ ਲੀਨੀਅਰ ਆ, ਪ੍ਰਪੋਰਸ਼ਨਲ ਆ। ਪ੍ਰਪੋਰਸ਼ਨਲ ਮਤਲਬ ਇੱਥੇ ਤੱਕ ਸਟਰੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸਟਰੇਨ ਆ, ਇਸੇ ਕਰਕੇ ਸਟ੍ਰੇਟ ਲਾਈਨ ਆਈ ਆ। ਇਹਦਾ ਮਤਲਬ ਇੱਥੇ ਤੱਕ ਹੁਕਸ ਲਾ ਇਜ਼ ਫੋਲੋਡ, ਹੁਕਸ ਲਾ ਫੋਲੋ ਹੋ ਰਿਹਾ। ਜੇ ਹੁਕਸ ਲਾ ਫੋਲੋ ਹੋ ਰਿਹਾ ਦੈਨ ਮਟੀਰੀਅਲ ਇਜ਼ ਵਿਦਇਨ ਇਲਾਸਟਿਕ ਲਿਮਿਟਸ। ਹਜੇ ਉਹ ਇਲਾਸਟਿਕ ਆ। ਇਲਾਸਟਿਕ ਦਾ ਮਤਲਬ ਕੀ ਆ? ਵੀ ਜਦੋਂ ਅਸੀਂ ਸਟਰੈਸ ਨੂੰ ਰਿਮੂਵ ਕਰਾਂਗੇ, ਜਿਹੜੀ ਲੈਂਥ ਆ ਵਾਇਰ ਦੀ ਉਹ ਆਪਣੀ ਓਰੀਜਨਲ ਸ਼ੇਪ ਔਰ ਸਾਈਜ਼ ਲੈ ਲਊਗਾ। ਕਲੀਅਰ? ਪਲਾਸਟਿਕ ਬਿਹੇਵੀਅਰ ਕੀ ਸੀਗਾ? ਜਿੱਥੇ ਉਹ ਓਰੀਜਨਲ ਸਾਈਜ਼ ਐਂਡ ਸ਼ੇਪ ਨਹੀਂ ਲਊਗਾ। ਸੋ ਉਦੋਂ ਬਾਅਦ ਇਹ ਪੁਆਇੰਟ ਤੱਕ ਸਾਡੀ ਕਿਹੜੀ ਲਿਮਿਟ ਆ ਜੀ? ਪ੍ਰਪੋਰਸ਼ਨਲ ਲਿਮਿਟ। ਮਤਲਬ ਹੁਣ ਪ੍ਰਪੋਰਸ਼ਨੈਲਿਟੀ ਸਾਈਨ ਹੋਲਡ ਕਰ ਰਿਹਾ, ਸਟਰੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸਟਰੇਨ ਆ। ਇਹ ਤੋਂ ਬਾਅਦ ਅਸੀਂ ਹੋਰ ਫਰਦਰ ਇੱਥੇ ਵੇਟ ਇਨਕਰੀਜ਼ ਕਰਦੇ ਹਾਂ ਤਾਂ ਇਹ ਗ੍ਰਾਫ ਇੱਦਾਂ ਮੁੜਨਾ ਸ਼ੁਰੂ ਹੋ ਜਾਂਦਾ, ਮੁੜਨਾ ਸ਼ੁਰੂ ਹੋ ਗਿਆ। ਬਟ ਇੱਥੇ B ਪੁਆਇੰਟ ਤੱਕ ਆਉਂਦਾ ਹੈ ਤਾਂ B ਪੁਆਇੰਟ ਨੂੰ ਅਸੀਂ ਕੀ ਕਿਹਾ ਸੀ? ਕਿਹੜਾ ਪੁਆਇੰਟ ਕਿਹਾ ਸੀ? ਯੀਲਡ ਪੁਆਇੰਟ। ਸੋ ਇਟ ਵਾਜ਼ ਅਵਰ ਯੀਲਡ ਪੁਆਇੰਟ। ਯੀਲਡ ਪੁਆਇੰਟ ਦੇ ਕੋਰਸਪੋਂਡਿੰਗ ਜਿਹੜੀ ਅਸੀਂ ਸਟਰੈਸ ਲਾਤੀ, ਯੀਲਡ ਪੁਆਇੰਟ ਦੇ ਅਕੋਰਡਿੰਗ ਜਿਹੜੀ ਅਸੀਂ ਸਟਰੈਸ ਲਾਤੀ, ਸਟਰੈਸ ਦਾ ਮਤਲਬ ਜਿੰਨਾ ਅਸੀਂ ਇੱਥੇ ਵੇਟ ਅਟੈਚ ਕਰਤਾ ਪਰ ਯੂਨਿਟ ਏਰੀਆ, ਉਹਨੂੰ ਅਸੀਂ ਕਹਿੰਦੇ ਆ ਯੀਲਡ ਸਟਰੈਂਥ। ਇਹ ਨੋਟ ਕਰ ਲਿਓ। ਮਤਲਬ ਕਹਿਣ ਦਾ ਕੀ ਹੋਇਆ? ਮਤਲਬ ਇਹ ਹੋਇਆ ਵੀ ਜੇਕਰ ਆਪਾਂ ਨੂੰ ਕੋਈ ਸਵਾਲ ਆ ਜੇ, ਕੁਐਸਚਨ ਆ ਜੇ ਜਿਹਦੇ ਵਿੱਚ ਪੁੱਛਿਆ ਗਿਆ ਹੋਵੇ ਵੀ ਯੀਲਡ ਸਟਰੈਂਥ ਕੱਢੋ, ਯੀਲਡ ਸਟਰੈਂਥ ਕੱਢੋ, ਤਾਂ ਅਸੀਂ ਕੀ ਕੱਢਣਾ? ਸਟਰੈਸ। ਯੀਲਡ ਸਟਰੈਂਥ ਕੱਢਣ ਦਾ ਮਤਲਬ ਕੀ ਆ? ਸਟਰੈਸ। ਕੀ ਮਤਲਬ ਹੈ ਇਹਦਾ? ਵੀ ਵੱਧ ਤੋਂ ਵੱਧ ਕਿੰਨੀ ਸਟਰੈਸ ਕੋਈ ਚੀਜ਼ ਝੱਲ ਸਕਦੀ ਆ। ਕਿਉਂਕਿ B ਪੁਆਇੰਟ ਤੋਂ ਬਾਅਦ ਜਦੋਂ ਅਸੀਂ ਹੋਰ ਵੇਟ ਪਾਉਨੇ ਆ ਤਾਂ ਇਹ ਸਾਡੇ ਕੋਲੇ ਅੱਗੇ C ਪੁਆਇੰਟ, ਜਾਂ ਕਹਿ ਲਓ ਵੀ ਇੱਥੋਂ ਹੁਣ ਫਿਰ ਤਾਰ ਆਪਣੇ ਆਪ ਵੱਧਦੀ ਜਾਂਦੀ ਆ ਤੇ ਅਖੀਰ ਨੂੰ E ਪੁਆਇੰਟ ਤੇ ਆ ਕੇ ਬ੍ਰੇਕ ਕਰ ਜਾਂਦੀ ਆ। B ਪੁਆਇੰਟ ਤੋਂ ਬਾਅਦ ਜਿੰਨਾ ਵੀ ਜਗ੍ਹਾ ਹੈ, ਤੁਸੀਂ ਦੇਖੋ ਇੱਥੇ A ਤੱਕ ਅਸੀਂ ਸਟਰੈਸ ਪਾਈ, ਉਦੋਂ ਬਾਅਦ ਬਿਲਕੁਲ ਥੋੜ੍ਹੀ ਜਿਹੀ ਸਟਰੈਸ ਹੀ ਪਾਈ ਆ ਤਾਂ ਇਹ ਆਪਣੇ ਆਪ ਫਿਰ ਵਧਣੀ ਸਟਾਰਟ ਹੋ ਜਾਂਦੀ ਆ। ਥੋੜ੍ਹੇ ਵੇਟ ਪਾਉਣ ਦੇ ਨਾਲ ਹੀ ਵਾਧਾ ਜ਼ਿਆਦਾ ਹੋਏ, ਮਤਲਬ ਖਿੱਚੀ ਜਾਣੀ ਸ਼ੁਰੂ ਹੋ ਗਈ। ਤਾਰ ਆ ਜਿਹੜੀ ਕੀ ਹੋ ਗਈ? ਖਿੱਚੀ ਜਾਣੀ ਸ਼ੁਰੂ ਹੋ ਗਈ। ਹੁਣ ਜੇਕਰ ਅਸੀਂ B ਤੇ ਇੱਥੇ ਇੱਕ ਪੁਆਇੰਟ ਅਸੀਂ D ਚੂਜ਼ ਕਰ ਲਈਏ ਤਾਂ ਇਸ ਦਰਮਿਆਨ ਕੋਈ ਪੁਆਇੰਟ ਦੇਖੀਏ, ਮੰਨ ਲਓ ਇੱਥੇ C ਪੁਆਇੰਟ ਆ, ਸਪੋਜ਼ ਕਰ ਲਈਏ C ਪੁਆਇੰਟ ਦੇ ਉੱਤੇ ਆ ਕੇ ਅਸੀਂ ਕਹਿੰਦੇ ਆ ਵੀ ਨਹੀਂ, ਅਸੀਂ ਹੁਣ ਇੱਥੋਂ ਹੋਰ ਵੇਟ ਨਹੀਂ ਪਾਉਣਾ, ਅਸੀਂ ਵੇਟ ਸਾਰੇ ਰਿਮੂਵ ਕਰ ਲਈਏ, ਤਾਂ ਕੀ ਇਹ ਤਾਰ ਵਾਪਸ ਆਪਣੀ ਓਰੀਜਨਲ ਸ਼ੇਪ ਐਂਡ ਸਾਈਜ਼ ਲੈਂਦੀ ਆ? ਨਹੀਂ ਲਊਗੀ। ਤਾਂ ਇਹ ਫਿਰ ਗ੍ਰਾਫ ਇੱਦਾਂ ਵਾਪਸ ਆਉਂਦਾ। ਸੋ ਇਹਨੂੰ ਅਸੀਂ ਕਹਿੰਦੇ ਆ ਜਿਹੜਾ ਆਹ ਲੈਂਥ ਵੱਧ ਗਈ, ਪੱਕੇ ਤੌਰ ਤੇ ਵੱਧ ਗਈ ਇੰਨੀ ਲੈਂਥ, ਕਿਉਂਕਿ ਸਟਰੇਨ ਕੀ ਆ? ਚੇਂਜ ਇਨ ਲੈਂਥ। ਇੱਧਰਲੇ ਪਾਸੇ ਨੂੰ ਲੈਂਥ ਚੇਂਜ ਹੋ ਰਹੀ ਆ, ਤਾਂ ਇੰਨੀ ਲੈਂਥ ਜਿਹੜੀ ਇਹ ਪੱਕੀ ਵੱਧ ਚੁੱਕੀ ਆ। ਤਾਂ ਇਸ ਕਰਕੇ ਇਹਨੂੰ ਕੀ ਕਹਾਂਗੇ? ਪਰਮਾਨੈਂਟ ਸੈੱਟ। ਕਲੀਅਰ? B ਤੋਂ ਬਾਅਦ ਜਦੋਂ ਅਸੀਂ ਸਟਰੈਸ ਪਾਉਨੇ ਆ ਤਾਂ ਇਹ ਵਾਇਰ ਆਪਣੇ ਆਪ ਵਧਣੀ ਸ਼ੁਰੂ ਹੋ ਗਈ। ਇਹਦਾ ਮਤਲਬ B ਪੁਆਇੰਟ ਤੋਂ ਬਾਅਦ ਸਾਡਾ ਮਟੀਰੀਅਲ ਦੇ ਵਿੱਚ ਪਲਾਸਟਿਕ ਬਿਹੇਵੀਅਰ ਸਟਾਰਟ ਹੋ ਗਿਆ। B ਤੋਂ ਲੈ ਕੇ D ਤੱਕ ਪਲਾਸਟਿਕ ਬਿਹੇਵੀਅਰ ਸਟਾਰਟ ਹੋ ਗਿਆ। ਤੇ ਇੱਥੋਂ ਹੁਣ ਜੇਕਰ ਅਸੀਂ ਸਟਰੈਸ ਨੂੰ ਰਿਮੂਵ ਕਰਦੇ ਆ ਤਾਂ ਵਾਪਸ ਕਦੇ ਵੀ ਅਸੀਂ ਉਹੀ ਲੈਂਥ ਤੇ ਨਹੀਂ ਆ ਸਕਦੇ। B ਤੋਂ ਪਹਿਲਾਂ B ਪੁਆਇੰਟ ਤੋਂ ਪਹਿਲਾਂ ਜਿਹੜੀ ਸਾਡੀ ਯੀਲਡ ਸਟਰੈਂਥ ਸੀਗੀ, ਉਹ ਤੋਂ ਪਹਿਲਾਂ ਇਹ ਜੇ ਆਪਾਂ ਸਟਰੈਸ ਨੂੰ ਰਿਮੂਵ ਕਰਦੇ ਆ ਤਾਂ ਇਹ ਵਾਪਸ ਉਹੀ ਸ਼ੇਪ ਐਂਡ ਸਾਈਜ਼ ਅਖਤਿਆਰ ਕਰ ਲੈਂਦੀ ਆ। ਮਤਲਬ
ਬੀ ਪੁਆਇੰਟ ਦੇ ਕੋਰਸਪੋਂਡਿੰਗ ਜਿਹੜੀ ਸਟਰੈਸ ਆ ਯੀਲਡ ਸਟਰੈਂਥ, ਇਹ ਮੈਕਸਿਮਮ ਲੋਡ ਆ ਜਿਹੜਾ ਕੋਈ ਤਾਰ ਝੱਲ ਸਕਦੀ ਆ ਸਾਡੇ ਇਸ ਕੇਸ ਦੇ ਵਿੱਚ। ਇਸ ਤੋਂ ਬਾਅਦ ਫਿਰ ਉਹ ਕੀ ਕਰੂਗੀ, ਆਪਣੇ ਆਪ ਪਹਿਲਾਂ ਵਧਣੀ ਸ਼ੁਰੂ ਹੋ ਜਾਊਗੀ, ਫਿਰ ਉਸ ਤੋਂ ਬਾਅਦ ਈ ਪੁਆਇੰਟ ਇਜ਼ ਦੀ ਬ੍ਰੇਕਿੰਗ ਪੁਆਇੰਟ, ਇੱਥੇ ਆ ਕੇ ਤਾਰ ਆ ਜਿਹੜੀ ਉਹ ਟੁੱਟ ਜਾਊਗੀ। ਹੁਣ ਡਿਪੈਂਡ ਕਰਦਾ ਬਈ ਡੀ ਤੇ ਬੀ ਦੇ ਵਿੱਚ ਡਿਸਟੈਂਸ ਕਿੰਨਾ ਗ੍ਰਾਫ ਦੇ ਉੱਤੇ। ਜੇਕਰ ਬੀ ਤੇ ਡੀ ਪੁਆਇੰਟਸ ਨੇੜੇ ਨੇੜੇ ਹੋਣਗੇ, ਮਤਲਬ ਪਲਾਸਟਿਕ ਬਿਹੇਵੀਅਰ ਥੋੜਾ ਸ਼ੋ ਹੋ ਰਿਹਾ, ਉਸ ਤੋਂ ਬਾਅਦ ਬ੍ਰੇਕਿੰਗ ਪੁਆਇੰਟ ਆ ਗਿਆ, ਇਹਦਾ ਮਤਲਬ ਸਾਡਾ ਮਟੀਰੀਅਲ ਆ ਜਿਹੜਾ ਉਹ ਬ੍ਰਿਟਲ ਆ। ਬ੍ਰਿਟਲ ਮਤਲਬ ਭੁਰਭੁਰਾ, ਕਲੀਅਰ। ਸੋ ਦਾ ਮਟੀਰੀਅਲ ਵਿਲ ਬੀ ਬ੍ਰਿਟਲ, ਛੇਤੀ ਟੁੱਟ ਜਾਊਗਾ, ਛੇਤੀ ਤੜਕ ਜਾਊਗਾ, ਤੇੜ ਆ ਜਾਊਗੀ। ਬਟ ਜੇਕਰ ਬੀ ਤੇ ਡੀ ਦੂਰ ਦੂਰ ਨੇ, ਇਹਦਾ ਮਤਲਬ ਅਸੀਂ ਉਹਨਾਂ ਦੀਆਂ ਤਾਰਾਂ ਬਣਾ ਸਕਦੇ ਹਾਂ, ਉਹ ਖਿੱਚ ਸਕਦੇ ਹਾਂ, ਖਿੱਚ ਕੇ ਤਾਰਾਂ ਬਣਦੀਆਂ। ਕਲੀਅਰ ਹੋ ਗਈ ਗੱਲ। ਤਾਂ ਉਹ ਕੀ ਹੋਣਗੇ, ਡਕਟਾਈਲ ਹੋਣਗੇ, ਮੈਲੀਏਬਲ ਹੋਣਗੇ, ਉਹਨਾਂ ਦੀਆਂ ਸ਼ੀਟਾਂ ਬਣਾਈਆਂ ਜਾ ਸਕਦੀਆਂ, ਤਾਰਾਂ ਬਣਾਈਆਂ ਜਾ ਸਕਦੀਆਂ। ਕਲੀਅਰ। ਸੋ ਇਸ ਲਈ ਸਟਰੈਸ ਤੇ ਸਟ੍ਰੇਨ ਗ੍ਰਾਫ ਦੀ ਸਟੱਡੀ ਆ ਜਿਹੜੀ ਉਹ ਇੰਪੋਰਟੈਂਟ ਆ। ਕਲੀਅਰ। ਸੋ ਇਸ ਤੋਂ ਬਾਅਦ ਆਪਾਂ ਜੇ ਇਹ ਦੇਖੀਏ ਬਈ ਮੰਨ ਲਓ ਸਾਡੇ ਕੋਲੇ ਇੱਕ ਤਾਂ ਸਾਡੇ ਕੋਲੇ ਸਟੀਲ ਦੀ ਵਾਇਰ ਆ, ਸਟੀਲ ਦੀ ਵਾਇਰ ਆ, ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਜਿਹੜਾ ਆਹ ਪਾਸਾ ਹੁੰਦਾ ਇਹਨੂੰ ਕ੍ਰਾਸ ਸੈਕਸ਼ਨ ਕਹਿੰਦੇ ਆ। ਤਾਂ ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਆ ਜਿਹੜਾ ਉਹ ਮੰਨ ਲਈਏ 0.1 ਮੀਟਰ ਸਕੁਅਰ ਸੈਂਟੀਮੀਟਰ ਸਕੁਅਰ ਆ। ਤੇ ਅਸੀਂ ਇਹਨੂੰ ਵਧਾਉਣਾ ਚਾਹੁੰਦੇ ਆ, ਖਿੱਚ ਕੇ ਵਧਾਉਣਾ ਚਾਹੁੰਦੇ ਆ 0.1% ਆਫ ਇਟਸ ਲੈਂਥ। ਜਿੰਨੀ ਇਹਦੀ ਲੈਂਥ ਆ ਉਹਨੂੰ ਅਸੀਂ ਬਿਲਕੁਲ ਥੋੜਾ ਜਿਹਾ 0.1% ਖਿੱਚਣੀ ਚਾਹੁੰਦੇ ਆ। ਤੇ ਜੇਕਰ ਇਹ ਤਾਰ ਸਟੀਲ ਦੀ ਆ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਇਹਨੂੰ 2000 ਨਿਊਟਨ ਦੀ ਫੋਰਸ ਚਾਹੀਦੀ ਆ। ਜੇਕਰ ਅਸੀਂ ਸਿਰਫ 0.1% ਇਹਦੀ ਲੈਂਥ ਇਨਕਰੀਜ਼ ਕਰਨੀ ਆ, ਖਿੱਚ ਕੇ 2000 ਨਿਊਟਨ ਦੀ ਫੋਰਸ ਲਾਉਣੀ ਪਊਗੀ। ਇਸੇ ਤਾਰ ਦੀ ਜਗ੍ਹਾ ਤੇ ਜੇਕਰ ਸਾਡੇ ਕੋਲੇ ਐਲੂਮੀਨੀਅਮ ਦੀ ਤਾਰ ਹੋਵੇ, ਐਲੂਮੀਨੀਅਮ ਸੌਫਟ ਮੈਟਲ ਆ ਆਇਰਨ ਦੇ ਨਾਲੋਂ, ਉਹਦੇ ਵਾਸਤੇ ਸਾਨੂੰ ਜਿਹੜੀ ਫੋਰਸ ਲਾਉਣੀ ਪਊਗੀ ਇਟ ਵਿਲ ਬੀ 690 ਨਿਊਟਨ। ਉਹਦੀ ਜਗ੍ਹਾ ਦੇ ਉੱਤੇ ਜੇ ਆਪਾਂ ਪਿੱਤਲ ਦੀ ਤਾਰ ਲੈ ਲਈਏ ਬਰਾਸ, ਤਾਂ ਬਰਾਸ ਵਾਸਤੇ ਦਿਸ ਫੋਰਸ ਵਿਲ ਬੀ 900 ਨਿਊਟਨਸ। ਤੁਸੀਂ ਬੁੱਕ ਤੋਂ ਚੈੱਕ ਕਰ ਲਿਓ। ਤੇ ਇਹਦੀ ਜਗ੍ਹਾ ਤੇ ਹੀ ਜੇਕਰ ਕਾਪਰ ਦੀ ਵਾਇਰ ਹੋਵੇ, ਤਾਂਬੇ ਦੀ ਜਿਹੜੀ ਆਪਾਂ ਬਿਜਲੀ ਵਾਲੀ ਤਾਰ, ਪਰ ਡਿਮੈਂਸ਼ਨਾਂ ਆਹੀ ਰੱਖਣੀਆਂ ਨੇ, ਏਰੀਆ ਆਫ ਕ੍ਰਾਸ ਸੈਕਸ਼ਨ ਇੰਨਾ ਹੀ ਹੋਵੇ, ਲੈਂਥ ਸੇਮ ਹੋਵੇ, ਤਾਂ ਫੇਰ ਸਾਨੂੰ ਫੋਰਸ ਚਾਹੀਦੀ ਆ ਜੀ 1100 ਨਿਊਟਨ ਦੀ। ਇਹਦਾ ਮਤਲਬ ਇਹ ਹੋਇਆ ਵੀ ਸਟੀਲ ਦਾ ਮਤਲਬ ਕੀ ਆ, ਲੋਹਾ। ਲੋਹੇ ਵਾਸਤੇ ਸਾਨੂੰ ਸਭ ਤੋਂ ਜ਼ਿਆਦਾ ਫੋਰਸ ਲਾਉਣੀ ਪਏਗੀ। ਇਹਦਾ ਮਤਲਬ ਯੰਗਜ਼ ਮੋਡੂਲਸ ਪੜ੍ਹਿਆ ਸੀ ਨਾ ਆਪਾਂ, ਕੀ ਪੜ੍ਹਿਆ ਸੀ, ਫੋਰਸ ਓਵਰ ਏਰੀਆ ਓਵਰ ਡੈਲਟਾ ਐਲ ਓਵਰ ਐਲ। ਹੁਣ ਜੇ ਫੋਰਸ ਜ਼ਿਆਦਾ ਪਾਉਣੀ ਪਊਗੀ, ਫੋਰਸ ਹੈਗਾ ਨਿਊਮੀਰੇਟਰ ਦੇ ਵਿੱਚ ਅੰਸ਼ ਆ, ਇਹਦਾ ਮਤਲਬ ਇਹਦਾ ਯੰਗਜ਼ ਮੋਡੂਲਸ ਕੀ ਹੋਊਗਾ, ਇਹਨਾਂ ਚੋਂ ਕਿਹਦਾ ਯੰਗਜ਼ ਮੋਡੂਲਸ ਜ਼ਿਆਦਾ ਹੋਊਗਾ, ਸਟੀਲ ਦਾ। ਸੋ ਇਸੇ ਕਰਕੇ ਅਸੀਂ ਜਿੱਥੇ ਕਿਤੇ ਵੀ ਭਾਰ ਚੱਕਣ ਵਾਲੀਆਂ ਗੱਲਾਂ, ਭਾਰ ਚੱਕਣ ਵਾਲਾ ਕੰਮ ਕਰਨਾ ਹੋਊਗਾ, ਉੱਥੇ ਕਿਹੜੀਆਂ ਤਾਰਾਂ ਯੂਜ਼ ਕਰਾਂਗੇ, ਸਟੀਲ ਦੀਆਂ ਤਾਰਾਂ ਯੂਜ਼ ਕਰਾਂਗੇ। ਕਲੀਅਰ। ਸੋ ਹੁਣ ਜਿਹੜੀ ਮਾਡਰਨ ਸਾਇੰਸ ਆ ਉਹ ਕੀ ਕਰਦੇ ਆ, ਅਸੀਂ ਇਕੱਲੇ ਸਟੀਲ ਤੋਂ ਵੀ ਵੱਧ ਯੰਗਜ਼ ਮੋਡੂਲਸ ਵਾਲੇ ਮਟੀਰੀਅਲ ਰਿਸਰਚ ਕਰ ਰਹੇ ਆ। ਜਿਹੜੇ ਬੱਚੇ ਰਿਸਰਚ ਕਰਦੇ ਆ ਉਹ ਕੀ ਕਰਦੇ ਆ, ਉਹ ਮਟੀਰੀਅਲਸ ਨੂੰ ਮਿਕਸ ਕਰਕੇ ਚੈੱਕ ਕਰਦੇ ਆ ਵੀ ਇਹਦੀ ਸਟਰੈਂਥ ਇਨਕਰੀਜ਼ ਹੋਈ ਜਾਂ ਡਿਕਰੀਜ਼ ਹੋਈ। ਜੇ ਇਨਕਰੀਜ਼ ਹੋਈ, ਸਪੋਜ਼ ਕਰੋ ਕਿਸੇ ਹੋਰ ਮਟੀਰੀਅਲ ਕੋਈ ਬਣਾ ਲਿਆ, ਉਹਦੀ ਸਟਰੈਂਥ ਆ ਜਿਹੜੀ ਉਹ ਇਨਕਰੀਜ਼ ਹੋ ਗਈ, ਉਹਦਾ ਯੰਗਜ਼ ਮੋਡੂਲਸ ਜ਼ਿਆਦਾ ਆ ਸਟੀਲ ਨਾਲੋਂ ਵੀ, ਤਾਂ ਫਿਰ ਅਸੀਂ ਕੀ ਕਰਾਂਗੇ, ਅਸੀਂ ਸਟੀਲ ਨਾਲੋਂ ਵੀ ਭਾਰੀਆਂ ਚੀਜ਼ਾਂ ਚੱਕ ਸਕਦੇ ਹਾਂ। ਜਿੰਨੀ ਭਾਰੀ ਚੀਜ਼ ਸਟੀਲ ਦੀ ਤਾਰ ਚੱਕਦੀ ਆ, ਉਦੋਂ ਵੀ ਭਾਰੀਆਂ ਚੀਜ਼ਾਂ ਉਸ ਵਾਇਰ ਨਾਲ ਚੱਕ ਸਕਾਂਗੇ। ਇਹਨੂੰ ਫਿਰ ਕੀ ਕਹਿੰਦੇ ਆ, ਰਿਸਰਚ ਕਹਿੰਦੇ ਆ। ਕਲੀਅਰ ਹੋ ਗਈ ਗੱਲ। ਸੋ ਇਸ ਤਰ੍ਹਾਂ ਸਾਨੂੰ ਫਾਇਦਾ ਹੁੰਦਾ ਆ ਸਟਰੈਸ ਤੇ ਸਟ੍ਰੇਨ ਗ੍ਰਾਫ ਸਟੱਡੀ ਕਰਨ ਦਾ। ਜਿਹੜੇ ਬੱਚੇ ਰਿਸਰਚ ਕਰਦੇ ਆ ਉਹ ਆਹੀ ਕੁਛ ਕਰਦੇ ਆ, ਮਟੀਰੀਅਲ ਬਣਾਉਂਦੇ ਆ, ਉਦੋਂ ਬਾਅਦ ਉਹਦਾ ਸਟਰੈਸ ਸਟ੍ਰੇਨ ਗ੍ਰਾਫ ਟੈਸਟ ਕਰਦੇ ਆ। ਆਪਾਂ ਜਿਹੜੀਆਂ ਫਲੋਰ ਟਾਈਲਸ ਲਾਉਂਦੇ ਆ, ਟਾਈਲਾਂ ਲਾਉਂਦੇ ਆ ਨਾ, ਜਦੋਂ ਫੈਕਟਰੀ ਦੇ ਵਿੱਚ ਜਾਂਦੇ ਆ ਨਾ, ਟਾਈਲਾਂ ਦੇ ਵਿੱਚ ਉੱਥੇ ਉਹਨਾਂ ਕੋਲ ਮਸ਼ੀਨਾਂ ਨੇ, ਉਹ ਮਸ਼ੀਨ ਦੇ ਉੱਤੇ ਤੁਹਾਨੂੰ ਉਹਦੀ ਸਟਰੈਂਥ ਟੈਸਟ ਕਰਕੇ ਦਿਖਾਉਂਦੇ ਆ ਵੀ ਇਹ ਕਿੰਨਾ ਭਾਰ ਝੱਲ ਸਕਦੀ ਹੈ। ਕਲੀਅਰ।
ਸੋ ਉਹ ਕੀ ਚੈੱਕ ਕਰਦੇ ਆ? ਫੋਰਸ ਚੈੱਕ ਕਰਦੇ ਆ ਵੀ ਕਿੰਨੀ ਫੋਰਸ ਚੱਲ ਸਕਦੀ ਆ, ਉਹਦਾ ਬ੍ਰੇਕਿੰਗ ਪੁਆਇੰਟ ਕਿੱਥੇ ਆਉਂਦਾ ਉਸ ਮਟੀਰੀਅਲ ਦਾ। ਕਲੀਅਰ? ਸੋ ਇਹ ਫਾਇਦਾ ਹੈ ਸਾਨੂੰ ਆਹ ਚੀਜ਼ਾਂ ਪੜ੍ਹਨ ਦਾ। ਹੁਣ ਆਪਾਂ ਕੱਲ੍ਹ ਗੱਲ ਕੀਤੀ ਸੀ ਵੀ ਆਪਣੇ ਹਾਰਟ ਦੇ ਵਿੱਚ ਇੱਕ ਟਿਸ਼ੂ ਆ ਜਿਹਦਾ ਨਾਮ ਕੀ ਦੱਸਿਆ ਸੀ? ਔਰਟਾ। ਸੋ ਉਹ ਜਿਹੜਾ ਟਿਸ਼ੂ ਆ AORTA, ਸੋ ਇਹ ਬੜਾ ਇਲਾਸਟਿਕ ਟਿਸ਼ੂ ਆ, ਬੜੀ ਖਿੱਚਿਆ ਜਾਂਦਾ। ਤਾਂ ਉਹਦਾ ਜਿਹੜਾ ਗ੍ਰਾਫ ਆ ਸਟ੍ਰੈਸ ਸਟ੍ਰੇਨ ਦਾ, ਤਾਂ ਉਹ ਵੀ ਬੇਟੇ ਤੁਹਾਡੀ ਬੁੱਕ 'ਚ ਦਿੱਤਾ ਹੋਇਆ ਇਸੇ ਤਰ੍ਹਾਂ। ਉਹ ਗ੍ਰਾਫ ਇੱਦਾਂ ਦਾ ਆਉਂਦਾ। ਤਾਂ ਇੱਥੋਂ ਸਾਨੂੰ ਇਹ ਪਤਾ ਲੱਗਦਾ ਬਈ ਇਹ ਜਿਹੜਾ ਮਟੀਰੀਅਲ ਆ ਇਹ ਕੁਦਰਤ ਨੇ ਬਣਾਇਆ ਆਪਣੀ ਬਾਡੀ ਦੇ ਵਿੱਚ, ਤਾਂ ਇਹ ਹੁਕਸ ਲਾਅ ਨੂੰ ਤਾਂ ਫੋਲੋ ਨਹੀਂ ਕਰਦਾ, ਕਿਉਂਕਿ ਹੁਕਸ ਲਾਅ ਨੂੰ ਫੋਲੋ ਕੌਣ ਕਰੂਗਾ? ਜਿਹਦੇ ਵਿੱਚ ਪਹਿਲਾਂ ਸਾਡੇ ਕੋਲ ਸਟ੍ਰੇਟ ਲਾਈਨ ਆਊਗੀ, ਪ੍ਰਪੋਰਸ਼ਨਲ ਲਿਮਿਟ ਫੋਲੋ ਹੋਊਗੀ, ਪ੍ਰਪੋਰਸ਼ਨੈਲਿਟੀ ਸਾਈਨ ਫੋਲੋ ਹੋਊਗਾ। ਪਰ ਇਹਦਾ ਗ੍ਰਾਫ ਜਿਹੜਾ ਆਉਂਦਾ ਉਹ ਇੱਦਾਂ ਦਾ ਆਉਂਦਾ। ਸੋ ਇਟ ਡਜ਼ ਨਾਟ ਫੋਲੋ ਹੁਕਸ ਲਾਅ। ਇਹਦਾ ਮਤਲਬ ਇਹ ਇਲਾਸਟਿਕ ਬਿਹੇਵੀਅਰ ਜਿਸ ਤਰ੍ਹਾਂ ਹੁਕਸ ਲਾਅ ਨੇ ਸਾਨੂੰ ਦੱਸਿਆ ਉਵੇਂ ਸ਼ੋਅ ਨਹੀਂ ਕਰਦਾ। ਜਿਸ ਤਰ੍ਹਾਂ ਰਬੜ ਆ ਉਹ ਵੀ ਇੱਦਾਂ ਦਾ ਹੀ। ਤਾਂ ਰਬੜ ਤੇ ਔਰਟਾ ਵਰਗੇ ਜਿਹੜੇ ਟਿਸ਼ੂਜ਼ ਨੇ, ਰਬੜ ਆ ਜਿਹੜਾ ਮਟੀਰੀਅਲ ਆ ਖਿੱਚੀ ਜਾਂਦੀ ਆ, ਰਬੜ ਬੈਂਡ, ਤਾਂ ਉਹ ਕੀ ਉਹਨਾਂ ਨੂੰ ਕੀ ਕਹਿੰਦੇ ਆਪਾਂ? ਇਲਾਸਟੋਮਰਸ। ਕੀ ਕਹਿੰਦੇ ਆ? ਇਲਾਸਟੋਮਰਸ। ਕਲੀਅਰ ਹੋ ਗਈ ਇੰਨੀ ਗੱਲ? ਹੁਣ ਇਸ ਤੋਂ ਅੱਗੇ ਆਪਾਂ ਇੱਕ ਛੋਟਾ ਜਿਹਾ ਨੂਮੈਰੀਕਲ ਕਰਾਂਗੇ ਕੱਲ੍ਹ ਦੀ ਤਰ੍ਹਾਂ, ਜਿਵੇਂ ਕੱਲ੍ਹ ਕੀਤਾ ਸੀ ਇੱਕ ਨੂਮੈਰੀਕਲ। ਸੋ ਜਸਟ ਲਾਈਕ ਦੈਟ। ਸੋ ਨੂਮੈਰੀਕਲ ਨੰਬਰ 9.2। ਅੱਛਾ, ਮੈਨੂੰ ਕੁਐਸਚਨ ਕਿਹਨੇ ਪੁੱਛਿਆ ਸੀਗਾ ਕੱਲ੍ਹ ਮੈਸੇਜ ਕਰਕੇ? ਠੀਕ ਹੈ, ਹਾਂ ਕਲੀਅਰ ਹੋ ਗਿਆ ਸੀ। ਕੀ ਕੁਐਸਚਨ ਸੀਗਾ ਵੀ ਕਿਲੋ ਕੀ ਆ? ਹਾਂ, ਹੁਣ ਸਮਝ ਲੱਗ ਗਈ ਕਿ ਨਹੀਂ? ਨਹੀਂ ਲੱਗੀ? ਓਕੇ। ਤਾਂ ਤੁਸੀਂ ਜਿਹੜੇ ਬੇਟੇ ਤੁਹਾਡੇ ਕੁਐਸਚਨ ਹੁੰਦੇ ਆ ਤੇ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ। ਕਲੀਅਰ? ਤੇ ਜਿਹੜਾ ਕਿਲੋ ਹੁੰਦਾ ਨਾ, ਕਿਲੋ ਦਾ ਮਤਲਬ ਹੁੰਦਾ 1000। ਕਲੀਅਰ? ਸੋ ਕਿਲੋ ਨਿਊਟਨ ਦਾ ਮਤਲਬ ਕੀ ਹੋ ਗਿਆ? 1000 ਨੂੰ ਅਸੀਂ ਸਾਇੰਟੀਫਿਕ ਲੈਂਗੁਏਜ ਲਿਖ ਸਕਦੇ ਹਾਂ 10⁻³ ਤੋ ਕਿਲੋ ਨਿਊਟਨ ਦਾ ਮਤਲਬ 10⁻³ ਨਿਊਟਨ। ਸੋ ਇੰਨੀ ਫੋਰਸ ਲੱਗੀ। ਕਲੀਅਰ ਹੋ ਗਈ ਗੱਲ? ਇਹ ਤੁਸੀਂ ਫਸਟ ਚੈਪਟਰ ਦੇ ਵਿੱਚ ਕਰਾਇਆ ਹੋਇਆ, ਉਹ ਤੁਸੀਂ ਵੀਡੀਓਜ਼ ਦੇ ਵਿੱਚ ਵੀ ਮੈਂ ਪਾਇਆ ਹੋਇਆ, ਉਹ ਤੁਸੀਂ ਦੇਖ ਲਿਓ ਸਾਰੀਆਂ। ਠੀਕ ਹੈ? ਸੋ ਅੱਜ ਆਪਾਂ ਜਿਹੜਾ ਕੁਐਸਚਨ ਕਰਦੇ ਹਾਂ, ਇਟ ਇਜ਼ 9.2 ਆਫ NCERT ਬੁੱਕ। ਇਹ ਕਾਪਰ ਵਾਇਰ ਆਫ ਲੈਂਥ 2.2 ਮੀਟਰ। ਖਾਸ ਖਿਆਲ ਰੱਖਣਾ ਯੂਨਿਟਸ ਦਾ। ਖਾਸ, ਕਿਉਂਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਮਿਲੀਮੀਟਰ ਚੀਜ਼ ਦਿੱਤੀ ਹੋਊਗੀ, ਕਿਸੇ ਜਗ੍ਹਾ ਦੇ ਉੱਤੇ ਮੀਟਰ 'ਚ ਦਿੱਤੀ ਆ, ਕੋਈ ਸੈਂਟੀਮੀਟਰ 'ਚ ਦਿੱਤੀ ਆ। ਉਹ ਸਿਰਫ ਟੈਸਟ ਕਰਨ ਵਾਸਤੇ ਹੁੰਦਾ ਵੀ ਸਟੂਡੈਂਟ ਧਿਆਨ ਨਾਲ ਸਟੇਟਮੈਂਟ ਪੜ੍ਹ ਰਿਹਾ ਕਿ ਨਹੀਂ ਪੜ੍ਹ ਰਿਹਾ। ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਆ ਟੀਚਰ ਦੀ ਗੱਲ ਧਿਆਨ ਨਾਲ ਸੁਣਨੀ। ਦੂਜੀ ਗੱਲ ਆ ਸਟੇਟਮੈਂਟ, ਕੁਐਸਚਨ ਦੀ ਸਟੇਟਮੈਂਟ ਨੂੰ ਬਿਲਕੁਲ ਧਿਆਨ ਨਾਲ ਪੜ੍ਹਨਾ। ਕੋਸ਼ਿਸ਼ ਕਰਿਆ ਕਰੋ 2 ਵਾਰੀ ਪੜ੍ਹ ਲਿਆ ਕਰੋ, 3 ਵਾਰੀ ਪੜ੍ਹ ਲਿਆ ਕਰੋ, ਜਿੰਨੀ ਦੇਰ ਸਾਰਾ ਕੁਝ ਕਲੀਅਰ ਨਹੀਂ ਹੁੰਦਾ। ਉਦੋਂ ਬਾਅਦ ਹੱਲ ਕਰਨਾ ਸ਼ੁਰੂ ਕਰਨਾ। ਸੋ ਆਪਾਂ ਦੇਖੀਏ ਐਗਜ਼ਾਮਪਲ ਨੰਬਰ 9.2 ਆਫ NCERT ਬੁੱਕ। ਕਾਪਰ ਵਾਇਰ ਆਫ ਲੈਂਥ 2.2 ਮੀਟਰ। ਸੋ ਕਾਪਰ ਵਾਇਰ ਦੀ ਲੈਂਥ ਦਿੱਤੀ ਹੋਈ ਆ, ਮੈਂ ਇਹਨੂੰ LC ਕਹਿ ਦਿੰਦਾ। 2.2 ਮੀਟਰ। ਸਭ ਤੋਂ ਪਹਿਲਾ ਕੰਮ ਆ ਸਾਡਾ, ਜੋ ਸਟੇਟਮੈਂਟ ਪੜ੍ਹੀ ਜਾਂਦੇ ਆ, ਜਿਹੜੀ ਚੀਜ਼ ਪਤਾ ਲੱਗੀ ਜਾਂਦੀ ਉਹ ਲਿਖੀ ਜਾਣੀ ਆ। ਦੂਜੀ ਚੀਜ਼, ਐਂਡ ਸਟੀਲ ਵਾਇਰ ਆਫ ਲੈਂਥ 1.6 ਮੀਟਰ। ਇੱਕ ਵਾਇਰ ਸਟੀਲ ਦੀ ਆ, ਇਹਨੂੰ ਮੈਂ LS ਕਹਿਤਾ, ਇਟ ਇਜ਼ 1.6 ਮੀਟਰਸ। ਇਹ ਕੁਐਸਚਨ ਬਹੁਤ ਇੰਪੋਰਟੈਂਟ ਆ। ਬੋਥ ਆਫ ਡਾਇਆਮੀਟਰ 3 mm। ਹੁਣ ਦੇਖੋ ਦੋਨਾਂ ਦਾ ਡਾਇਆਮੀਟਰ ਕੀ ਦਿੱਤਾ ਹੋਇਆ, ਇਹ ਮਿਲੀਮੀਟਰ 'ਚ ਦਿੱਤਾ। ਹੁਣ ਸਾਨੂੰ ਕੀ ਕਰਨਾ ਪਊਗਾ? ਮੀਟਰ 'ਚ ਕਨਵਰਟ ਕਰਨ ਦੀ ਲੋੜ ਪਊਗੀ ਜਿੱਥੇ ਵੀ ਪਊਗੀ। ਸੋ ਪਰ ਧਿਆਨ ਰੱਖਣਾ ਵੀ ਇੱਥੇ ਯੂਨਿਟਸ ਅਸੀਂ ਚੇਂਜ ਕਰਨੀਆਂ ਨੇ। ਓਕੇ, ਅੱਗੇ ਕੀ ਕਹਿੰਦਾ? ਆਰ ਕਨੈਕਟਡ ਐਂਡ ਟੂ ਐਂਡ। ਕੀ ਮਤਲਬ ਹੋਇਆ? ਐਂਡ ਟੂ ਐਂਡ ਜੋੜਤੀਆਂ। ਇੱਕ ਉੱਤੇ ਰਿਜਿਡ ਸਪੋਰਟ ਆ, ਪਹਿਲਾਂ ਅਸੀਂ ਤਾਰ ਲਾ ਲਈ ਮੰਨ ਲਓ ਕਾਪਰ ਦੀ, ਇੱਥੇ ਤੱਕ ਸਾਡੀ ਕਾਪਰ ਦੀ ਤਾਰ ਆ। ਉਦੋਂ ਬਾਅਦ ਜੋੜ ਲਈ ਦੂਜੀ ਤਾਰ ਸਟੀਲ ਦੀ। ਕਾਪਰ ਦੀ ਤਾਰ ਸਾਡੀ ਲੰਬੀ ਸੀ, ਇਸ ਕਰਕੇ ਅਸੀਂ ਵੱਡੀ ਬਣਾ ਲਈ। ਦੂਜੀ ਤਾਰ ਸਾਡੀ ਸਟੀਲ ਦੀ, ਮੈਂ ਵਿਚਾਲੇ S ਲਿਖ ਦਿੰਦਾ, ਉੱਪਰਲੀ ਤੇ ਕਾਪਰ ਲਿਖ ਦਿੰਦਾ। ਦੋਨੇ ਜੋੜ ਲਈਆਂ ਜੀ। ਜੋੜ ਕੇ ਫਿਰ ਕੀ ਕੀਤਾ? ਵੈਨ ਸਟਰੈਚਡ ਬਾਏ ਏ ਲੋਡ।
ਥੱਲੇ ਇਹਦੇ ਪਾਤਾ ਲੋਡ ਸਟਰੈਚ ਕਰਨ ਲਈ, ਖਿੱਚਣ ਲਈ। ਸਟਰੈਚ ਮਤਲਬ ਖਿੱਚਣਾ। ਦੀ ਨੈਟ ਇਲੋਂਗੇਸ਼ਨ ਇਜ਼ ਫਾਊਂਡ ਟੂ ਬੀ 0.70 mm। ਜਿਹੜੀ ਨੈਟ ਇਲੋਂਗੇਸ਼ਨ ਆ ਦੋਨਾਂ ਦੀ, ਮਤਲਬ ਹੁਣ ਇਲੋਂਗੇਸ਼ਨ ਚੇਂਜ ਇਨ ਲੈਂਥ ਆ, ਇਹਦਾ ਮਤਲਬ ਉਹਨੂੰ ਮੈਂ ਛੋਟੀ ਐਲ ਦੇ ਨਾਲ ਲਿਖੂੰਗਾ। ਸੋ LC ਪਲੱਸ LS ਦੋਨੇ ਇਕੱਠੀਆਂ ਹੋ ਕੇ ਵਧੀਆਂ ਕਿੰਨੀਆਂ ਵਧ ਗਈਆਂ 0.70 mm। ਇਹ ਵੀ mm 'ਚ ਦਿੱਤਾ ਹੋਇਆ। ਅਬਟੇਨ ਦੀ ਲੋਡ ਅਪਲਾਈਡ, ਲੋਡ ਕੱਢਣਾ। ਲੋਡ ਮਤਲਬ ਅਸੀਂ ਕੀ ਕੱਢਣਾ, ਫੋਰਸ ਕੱਢਣੀ। ਸੋ ਵੀ ਹੈਵ ਟੂ ਫਾਈਂਡ F। ਇੱਥੇ ਕੁਐਸਚਨ ਮਾਰਕ ਆ। ਕਲੀਅਰ। ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਪੇਪਰ 'ਚ ਤਾਂ ਤੁਹਾਨੂੰ ਪਤਾ ਨਹੀਂ ਹੋਣਾ ਵੀ ਕਿਹੜੇ ਚੈਪਟਰ 'ਚੋਂ ਕੁਐਸਚਨ ਆਇਆ, ਕਿਉਂਕਿ ਉੱਥੇ ਕਿਹੜਾ ਕੁਐਸਚਨ ਚੈਪਟਰ ਲਿਖੇ ਹੋਣੇ ਆ। ਤੁਹਾਨੂੰ ਇਹ ਦੇਖਣਾ ਪੈਣਾ ਵੀ ਇਹ ਯੰਗਜ਼ ਮੋਡੂਲਸ ਵਾਲਾ ਕੁਐਸਚਨ। ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਤਾਰ ਭਾਰ ਪਾ ਕੇ ਖਿੱਚੀ ਗਈ ਆ, ਤਾਂ ਇਹ ਯੰਗਜ਼ ਮੋਡੂਲਸ ਨਾਲ ਡੀਲ ਕਰਦਾ। ਇਹਦਾ ਮਤਲਬ ਅਸੀਂ ਯੰਗਜ਼ ਮੋਡੂਲਸ ਦਾ ਜਿਹੜਾ ਫਾਰਮੂਲਾ ਜਿਹੜਾ ਅਸੀਂ ਇੱਥੇ ਲਿਖਿਆ ਉਹ ਸਾਨੂੰ ਯਾਦ ਹੋਣਾ ਚਾਹੀਦਾ, ਦਿਮਾਗ 'ਚ ਆਉਣਾ ਚਾਹੀਦਾ। ਜਦੋਂ ਅਸੀਂ ਆ F ਕੱਢਣੀ ਹੈ, ਏਰੀਆ ਸਾਨੂੰ ਪਤਾ ਲੱਗ ਜਾਊਗਾ, ਡਾਇਆਮੀਟਰ ਦਿੱਤਾ ਹੋਇਆ, ਕਿਉਂਕਿ ਥੱਲੇ ਵਾਲਾ ਜਿਹੜਾ ਕ੍ਰੋਸ ਸੈਕਸ਼ਨ ਆ ਉਹ ਸਰਕੂਲਰ ਹੀ ਹੋਊਗਾ। πr² ਅਸੀਂ ਇੱਥੋਂ ਲਾ ਸਕਦੇ ਹਾਂ, ਇੱਥੋਂ। ਹੁਣ ਡੈਲਟਾ L ਤੇ L ਟੋਟਲ ਲੈਂਥ ਸਾਨੂੰ ਦੋਨਾਂ ਦੀ ਦਿੱਤੀ ਹੋਈ ਆ। ਡੈਲਟਾ L ਸਾਨੂੰ ਦੋਨਾਂ ਦੀ ਤਾਂ ਦਿੱਤੀ ਹੋਈ ਆ, ਪਰ ਸਾਨੂੰ ਇਹ ਪਤਾ ਵੀ ਯੰਗਜ਼ ਮੋਡੂਲਸ ਕਾਪਰ ਦਾ ਹੋਰ ਆ, ਸਟੀਲ ਦਾ ਹੋਰ ਆ। ਆਪਾਂ ਇੱਥੇ ਡਿਸਕਸ ਕਰਕੇ ਹਟੇ ਬਈ ਸਟੀਲ ਨੂੰ ਫੋਰਸ ਜ਼ਿਆਦਾ ਚਾਹੀਦੀ ਆ, ਉਹਦਾ ਯੰਗਜ਼ ਮੋਡੂਲਸ ਜ਼ਿਆਦਾ ਆ। ਕਾਪਰ ਦਾ ਯੰਗਜ਼ ਮੋਡੂਲਸ ਘੱਟ ਆ। ਸੋ ਇਸ ਕਰਕੇ ਦੋਨਾਂ ਦੇ ਵਿੱਚ ਜਿਹੜੀ ਖਿਚਾਓ ਆਊਗਾ ਉਹ ਵੀ ਅਲੱਗ-ਅਲੱਗ ਆਊਗਾ, ਪਰ ਲੋਡ ਦੋਨਾਂ 'ਤੇ ਸੇਮ ਪਾਇਆ ਹੋਇਆ। ਕਲੀਅਰ। ਲੋਡ ਦਾ ਮਤਲਬ ਕੀ ਆ, ਸਟਰੈਸ। ਸਟਰੈਸ ਦੋਨਾਂ 'ਤੇ ਸੇਮ ਪਾਈ ਆ। ਲੋਡ ਦਾ ਮਤਲਬ ਫੋਰਸ ਓਵਰ ਏਰੀਆ ਦੋਨਾਂ ਦਾ ਸੇਮ ਆ। ਕਲੀਅਰ। ਸੋ ਹੁਣ ਇੱਥੋਂ ਸਾਡੇ ਕੋਲ ਕੀ ਆ ਬਣ ਗਿਆ, ਜੇ ਅਸੀਂ ਫੋਰਸ ਓਵਰ ਏਰੀਆ ਇੱਕ ਪਾਸੇ ਰੱਖੀਏ ਤਾਂ ਦੂਜੇ ਪਾਸੇ ਕੀ ਬਣ ਗਿਆ, Y ਗੁਣਾ ਡੈਲਟਾ L ਬਟੇ L। ਆਹ ਸਾਡਾ ਫਾਰਮੂਲਾ ਬਣ ਗਿਆ। ਹੁਣ ਆਹ ਸੇਮ ਆ, ਇਹਦਾ ਮਤਲਬ ਚਾਹੇ ਕਾਪਰ ਵਾਸਤੇ ਆ ਚਾਹੇ ਸਟੀਲ ਵਾਸਤੇ ਆ, ਦੋਨਾਂ ਤਾਰਾਂ 'ਤੇ ਇੱਕੋ ਜਿਹਾ ਭਾਰ ਪਿਆ। ਸੋ ਇਸ ਕਰਕੇ F ਓਵਰ A ਇਜ਼ ਇਕੁਅਲ ਟੂ Y ਸਟੀਲ, ਪਹਿਲਾਂ ਮੈਂ ਸਟੀਲ ਵਾਸਤੇ ਲਿਖਣ ਲੱਗਿਆ, ਸਟੀਲ ਇਨਟੂ ਡੈਲਟਾ L ਸਟੀਲ ਬਟੇ L ਸਟੀਲ ਬਰਾਬਰ ਹੋਊਗਾ ਯੰਗਜ਼ ਮੋਡੂਲਸ ਆਫ ਕਾਪਰ ਡੈਲਟਾ L ਕਾਪਰ ਬਟੇ L ਕਾਪਰ। ਠੀਕ ਹੈ ਜੀ। ਸੋ ਇਹ ਤਿੰਨੇ ਚੀਜ਼ਾਂ ਸਾਡੀਆਂ ਬਰਾਬਰ ਹੋਣਗੀਆਂ, ਕਿਉਂਕਿ ਇਕੁਅਲ ਟੂ ਦਾ ਮਤਲਬ ਕੀ ਹੁੰਦਾ, ਇਕੁਅਲ ਟੂ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਇੱਧਰ ਪਈ ਆ ਉਹੀ ਇੱਧਰ। ਜੇ ਇੱਧਰਲੇ ਪਾਸੇ ਸਟਰੈਸ ਆ ਤਾਂ ਆ ਵੀ ਸਾਡੀ ਟੋਟਲ ਬਣ ਕੇ ਸਟਰੈਸ ਹੀ ਬਣੂਗੀ। ਸ਼ੀਸ਼ੇ ਦੇ ਸਾਹਮਣੇ ਖੜਦੇ ਆ ਨਾ ਜਾ ਕੇ ਰੋਜ਼, ਜਿਹੜਾ ਸ਼ੀਸ਼ੇ ਦੇ ਵਿੱਚ ਬੰਦਾ ਦੀਦਾ ਕੌਣ ਹੁੰਦਾ, ਤੁਸੀਂ ਹੁੰਦੇ ਹੋ। ਸੋ ਇਹਦਾ ਮਤਲਬ ਮਿਰਰ ਐਕਟਸ ਐਜ਼ ਇਕੁਅਲ ਟੂ ਦੇ ਦੋਨੇ ਪਾਸੇ ਦਾ ਮਤਲਬ ਇਹ ਆ ਵੀ ਜਿਹੜਾ ਕੁਝ ਇੱਧਰ ਲਿਖਿਆ ਉਹੀ ਇੱਧਰ ਲਿਖਿਆ। ਸੋ ਇੱਥੇ ਹੁਣ ਅਸੀਂ ਵੈਲਿਊਜ਼ ਪੁੱਟ ਕਰਾਂਗੇ, ਆਹ ਦੋ ਚੀਜ਼ਾਂ ਪਿਕ ਕਰਾਂਗੇ ਟੇਬਲ ਤੋਂ। ਅਸੀਂ ਦੇਖ ਲਾਂਗੇ ਵੀ Y ਸਟੀਲ ਤੇ Y ਕਾਪਰ ਕਿੰਨਾ ਹੈ। ਮੈਂ ਤੁਹਾਨੂੰ ਦੱਸ ਦਿੰਦਾ, Y ਸਟੀਲ ਆ ਜਿਹੜਾ ਯੰਗਜ਼ ਮੋਡੂਲਸ ਆਫ ਇਲਾਸਟੀਸਿਟੀ ਫਾਰ ਸਟੀਲ, ਇਹ ਹੁੰਦਾ ਸਾਡੇ ਕੋਲ 2 × 10⁻11 ਨਿਊਟਨ ਪਰ ਮੀਟਰ ਸਕੁਏਅਰ। ਡੈਲਟਾ LS ਬਟੇ ਕੈਪੀਟਲ LS। ਡੈਲਟਾ LS ਆ ਜਿਹੜਾ ਸਟੀਲ ਦਾ, ਇਹ ਸਾਨੂੰ ਪਤਾ ਨਹੀਂ, ਸਟੀਲ ਦਾ ਤਾਂ ਨਹੀਂ ਪਤਾ ਨਹੀਂ ਅਲੱਗ, ਦੋਨਾਂ ਦਾ ਇਕੱਠਿਆਂ ਦਾ ਪਤਾ। ਡਿਵਾਈਡਡ ਬਾਏ LS ਕਿੰਨੀ ਆ ਜੀ 1.6। ਇਹ ਦੇਖ ਲਿਓ ਵੀ ਇਹਨਾਂ ਦੀਆਂ ਯੂਨਿਟਸ ਆ ਮੀਟਰ 'ਚ ਆ। ਡੈਲਟਾ LS ਅਸੀਂ ਕੱਢਣਾ ਹੀ ਆ, ਇਹਦੀ ਵੈਲਿਊ ਨਹੀਂ ਪੁੱਟ ਕੀਤੀ, ਇਟਸ ਓਕੇ। ਚਲੋ ਹੋ ਇਕੁਅਲ ਟੂ YC ਕਾਪਰ ਵਾਸਤੇ ਹੁੰਦਾ ਜੀ ਇਹ 1.1 × 10⁻11 ਨਿਊਟਨ ਪਰ ਮੀਟਰ ਸਕੁਏਅਰ ਯੰਗ ਮੋਡੂਲਸ। ਤੇ ਡੈਲਟਾ LC ਕਾਪਰ ਦਾ ਸਾਨੂੰ ਪਤਾ ਨਹੀਂਗਾ, ਤੇ ਡਿਵਾਈਡਡ ਬਾਏ LC ਕਾਪਰ ਦੀ 2.2। ਸੋ ਇਹ ਸਾਡੀ ਇਕੁਏਸ਼ਨ ਬਣਦੀ ਆ। ਇੱਥੋਂ ਹੁਣ ਅਸੀਂ ਡੈਲਟਾ LS ਤੇ ਡੈਲਟਾ LC ਦੀ ਰੇਸ਼ੋ ਕੱਢ ਲੈਂਦੇ ਹਾਂ। ਸੋ ਪਹਿਲਾਂ ਤਾਂ ਆ ਇਕੁਅਲ ਟੂ ਆ ਵਿਚਾਲੇ 10⁻11 ਦੋਨੇ ਪਾਸਿਓਂ ਕੈਂਸਲ ਹੋ ਗਿਆ ਜੀ।
होर कोई चीज़ कैंसल हो रही है देखो। चलो पहले इनू रीअरेंज कर लीए। डेल्टा एल एस इत्थे मैं डेल्टा लिखता, सो इट इज़ चेंज इन लेंथ। वही आप जो इत्थे स्मॉल एल इत्थे भी डेल्टा लिख सकते हैं। इत्थे बचा 2, सो 2/1.6 इत्थों आ बच गया। इधरले पासों डेल्टा एल सी इंटू इत्थे बचा 1.1/2.2। इत्थे देखो 1.1/2.2 ये 2 ते कट्टे जाएंगे जी। ठीक है, 11 दूना 22 होंदा, पॉइंट दोनों सेम लग्या। ओके, इत्थे भी 2 8 16 बनूगा। ठीक है जी, सो इट इज़ 0.8। ओके, सो डेल्टा एल एस इधर सीगा, डेल्टा एल सी इधर सी, इनू मैं थले लैके आउण लग्या। उधरले पासे पहला किहड़ी चीज़ पई आ 1/2, आ जिहड़ा 0.8 इधर है उधर किधर जाऊगा उपरले पासे। सो दिस विल बी 0.8। सो 2 चौके 8। ठीक है, सो इट विल बी 0.40। इन्हां दोनों की रेशो, यदि कोई यूनिट नहीं होगी क्योंकि आ भी लेंथ आ, इस करके 0.40 आ गई। क्लीयर। हुण सानू इत्थे की दिता होया डेल्टा एल सी जमा डेल्टा एल एस बराबर 0.7। क्लीयर। इस तो बाद देखिए इस तो बाद सानू उपर पता डेल्टा एल सी प्लस डेल्टा एल एस आ जिहड़ा वो 0.7 mm। तो इत्थे साडे कोले आ गया जे इस इक्वेशन नूं देखो, डेल्टा एल एस नूं मैं लिख सकदा 0.4 इंटू डेल्टा एल सी लिख सकदा। तो आ डेल्टा एस की वैल्यू आ गई एल एस की, उत्थे पुट कर दी है। डेल्टा एल एस की वैल्यू पुट कर दी है, डेल्टा एल सी प्लस 0.4 डेल्टा एल सी इक्वल टू 0.7। क्लीयर। तो इन्होंने दोनों चो असी डेल्टा एल सी कॉमन कढ़ लीए, कितना बच गया 1 प्लस 0.4। ठीक है, तो डेल्टा एल सी कितना आ गया 0.7 डिवाइडेड बाय 1.4। ठीक है, कितना आऊगा, पॉइंट कट्टे गए 7 दूनी 14 तो 1/2 की लिख सकता मैं 0.5। सो डेल्टा एल सी अपने को आ गया 0.5 mm मिलीमीटर, क्योंकि असी मिलीमीटर के काम कर रहे इत्थे। तो डेल्टा एल एस कितना आऊगा फिर, टोटल लेंथ हैगी 0.7 तो 0.5 कॉपर वाली तार वधी तो 0.2 कौन वधूगी स्टील दी। हुण देखो दोनों असी इकट्ठा जोड़ के लाया सी, सानू ये पता लग गया भी जी स्टील वाली है वो कितनी वधूगी तो कॉपर वाली कितनी वधूगी। क्लीयर। हुण असी जिहड़ा फॉर्मूला पहला लिखिया सी आह वाला, इहदे विच्चों क्योंकि वेट दोनों विच इक्को जिहा लाया, सो इत्थे असी वैल्यूज़ पुट कर सकते हैं टू फाइंड स्ट्रैस। सानू उन्हें पूछा ना भी फोर्स कितनी लगी, सो फोर्स कढ़न लई हुण आ एल एस भी पता लग गया सानू, चाहे आ फार्मूला लै लीए चाहे इहदे नाल आ ले लीए, इक्को ही गल। सो करके देखो, इत्थे वैल्यूज़ पुट करो, एरिया कढ़ना पैना इत्थों। एरिया कढ़न लई हुण ध्यान रखियो क्योंकि यंग मॉडुलस तुसीं अपलाई कर रहे हो न्यूटन पर मीटर स्केयर च, तो इनू पहला मीटर च कन्वर्ट करना पऊगा। पहला ये रेडियस बनाओगे तो फिर इनू मीटर च कन्वर्ट करना पਊ। मिली की वैल्यू पुट करनी है, कितना आऊगा ये आ गया 3 × 10⁻³ मीटर। मिली की वैल्यू कितनी होंगी आ 10⁻³ हुण रेडियस कितना आ गया जी 1.5 × 10⁻³ मीटर, क्योंकि यदा हाफ होंदा रेडियस। ठीक है, करो पुट वैल्यूज़ करके देखो। F/A सीगा अपने कोले YS स्टील वास्ते कढ़ लो,
ਡੈਲਟਾ ਐਲ ਐਸ ਅਪੋਨ ਐਲ ਐਸ। ਤੇ ਆ ਏਰੀਆ ਉਧਰ ਜਾ ਕੇ, ਕਿਉਂਕਿ ਆਪਾਂ ਐਫ ਕੱਢਣੀ ਆ, ਏਰੀਆ ਉਧਰ ਜਾ ਕੇ ਕੀ ਹੋ ਜਾਊਗਾ, ਮਲਟੀਪਲਾਈ। ਕਰੋ ਜੀ ਸੋਲਵ। ਸਟੀਲ ਦਾ ਯੰਗਸ ਮੋਡੂਲਸ ਆਫ ਪਲਾਸਟਿਸਿਟੀ 2 × 10⁻11 ਨਿਊਟਨ ਪਰ ਮੀਟਰ ਸਕੁਅਰ। ਸਟੀਲ ਦੀ ਮੇਰੇ ਦਿੱਤੀ ਹੋਊਗੀ। ਹਾਂਜੀ, ਜੇ ਐਗਜ਼ਾਮ 'ਚ ਇਹ ਕੁਐਸਚਨ ਆਊਗਾ ਤਾਂ ਤੁਹਾਨੂੰ ਦਿੱਤੀ ਹੋਊਗੀ। ਵੈਸੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਇਹ ਵੈਲਿਊਜ਼ ਯਾਦ ਹੀ ਹੋ ਜਾਂਦੀਆਂ ਨੇ ਵੀ ਸਟੀਲ ਵਾਸਤੇ 2 × 10⁻11 ਆ, ਕਿਉਂਕਿ ਇੱਥੇ ਦੇਖੋ ਨਾ, ਇੱਥੋਂ ਹੀ ਚੱਕੜੀ ਆ ਵੈਲਿਊ। ਆਹ ਦੇਖੋ ਕਾਪਰ ਦੀ 1100 ਸੀ ਹੈ ਨਾ, ਇਹ 1.1 × 10 ਕਿਉਂਕਿ ਇਹ ਹੈਗਾ ਨਿਊਟਨ, ਤੇ ਆਪਾਂ ਇੱਥੇ ਵੈਲਿਊ ਲਈਆਂ ਸੀ 0.1 ਸੈਂਟੀਮੀਟਰ ਸਕੁਅਰ ਤੇ 0.1% ਇਹਦੀ ਇਲੋਂਗੇਸ਼ਨ ਲਈ ਸੀ। ਠੀਕ ਆ, ਤਾਂ ਆਪਣੇ ਕੋਲ ਫੋਰਸ ਆਈ ਸੀ 1100, ਪਰ ਜਦੋਂ ਅਸੀਂ ਇਹਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ ਦੈਨ ਇਟ ਵਿਲ ਬੀ 1.1 ਯੰਗ ਮੋਡੂਲਸ ਜਿਹੜਾ ਆਊਗਾ 1.1 × 10⁻11 ਨਿਊਟਨ ਪਰ ਮੀਟਰ ਸਕੁਅਰ। ਉਹ ਹਾਂ, ਜਦੋਂ ਫਿਜ਼ਿਕਸ ਸ਼ੁਰੂ ਕਰਾਈ ਸੀ, ਯੂਨਿਟਸ ਐਂਡ ਮੇਜਰਮੈਂਟਸ। ਹਾਂ, ਸੋਲਵ ਕਰ ਲਓ ਇਹਨੂੰ ਜਲਦੀ। ਇਹ ਵੈਲਿਊਜ਼ ਤੁਹਾਨੂੰ ਮੈਂ ਦੱਸ ਦਿੰਦਾ, ਇਹ ਆਲਮੋਸਟ 1.766 ਨਿਊਟਨ ਆਨਸਰ ਇਹਦਾ ਤੁਸੀਂ ਲੈ ਸਕਦੇ ਹੋ। ਤੇ ਇਹਨੂੰ ਨੀਅਰਲੀ ਇਕੁਅਲ ਟੂ ਆਪਾਂ ਲਿਖ ਸਕਦੇ ਹਾਂ 1.8 ਨਿਊਟਨਸ। ਕਲੀਅਰ? ਸੋ ਇੰਨੇ ਨਿਊਟਨ ਦੀ ਫੋਰਸ ਆਪਾਂ ਨੂੰ ਲਾਉਣੀ ਪਊਗੀ। 1.8 × 10 ਫੈਕਟਰ ਵੀ ਆਉਂਦਾ ਜੀ 2। ਸੋ ਕਿੰਨਾ ਬਣ ਜਾਊਗਾ, 180 ਨਿਊਟਨ। ਠੀਕ ਹੈ, ਲਗਭਗ। ਸੋ ਇਹਨਾਂ 100 ਨਾਲ ਗੁਣਾ ਕਰਨੀ ਪਊਗੀ, ਦੈਨ 176.6 ਨਿਊਟਨ ਇਹਦਾ ਆਨਸਰ ਆਊਗਾ, ਜਾਂ 180 ਲਿਖ ਸਕਦੇ ਇਹਦੀ ਜਗ੍ਹਾ। ਹੁਣ ਇਸ ਤੋਂ ਜਿਹੜਾ ਅਗਲਾ ਕੁਐਸਚਨ ਆ ਉਹ ਤੁਸੀਂ ਕਰਕੇ ਦੇਖਿਓ, ਐਗਜ਼ਾਮਪਲ ਨੰਬਰ 9.3। ਬੜਾ ਇੰਟਰਸਟਿੰਗ ਕੁਐਸਚਨ ਹੋਊਗਾ ਇਹ ਵੀ, ਸੋ ਆਪਾਂ ਡਿਸਕਸ ਕਰ ਲਾਂਗੇ ਫਿਰ। ਹਾਂ ਵੀ ਸਮਝ ਲੱਗ ਗਿਆ ਸਾਰਿਆਂ ਨੂੰ ਅੱਜ ਵਾਲਾ ਲੈਕਚਰ? ਠੀਕ ਆ, ਸੋ ਇਹਨੂੰ ਤੁਸੀਂ ਧਿਆਨ ਨਾਲ ਜਾ ਕੇ ਯਾਦ ਕਰ ਲੈਣਾ। ਜਿਹੜੀਆਂ ਇਹਦੇ ਵਿੱਚ ਟਰਮਸ ਆਉਂਦੀਆਂ ਨੇ, ਗ੍ਰਾਫ ਜਿਹੜਾ ਕੀਤਾ ਸੀ ਆਪਾਂ, ਉਹਦੇ ਟਰਮਸ ਜਿਹੜੀਆਂ ਆਉਂਦੀਆਂ ਨੇ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੇ ਆਹ ਵਾਲੀਆਂ ਵੈਲਿਊਜ਼ ਆ ਐਗਜ਼ਾਮਪਲ ਹੈਗੀ ਆ, ਤੇ ਦੈਨ ਜਿਹੜੀ ਆਪਾਂ ਨੂਮੈਰੀਕਲ ਕੀਤਾ। ਸੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰਕੇ ਦੇਖ ਲਓ ਇੱਕ ਵਾਰੀ ਆਪਣੇ ਆਪ, ਤੇ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਕਰਨ ਦੀ ਕੋਸ਼ਿਸ਼ ਕਰਿਓ। ਜਿਹੜੇ ਪਿੱਛੇ ਐਕਸਰਸਾਈਜ਼ ਆ ਉਹਦੇ ਵਿੱਚ ਦੀ ਕੁਐਸਚਨਸ ਰਿਲੇਟਡ ਟੂ ਮੋਡੂਲਸ ਆਫ ਇਲਾਸਟੀਸਿਟੀ ਵਾਲੇ, ਚਾਹੇ ਯੰਗਸ ਮੋਡੂਲਸ ਵਾਲੇ ਆ, ਬਲਕ ਮੋਡੂਲਸ ਵਾਲੇ ਆ, ਜਾਂ ਸ਼ੀਅਰ ਮੋਡੂਲਸ ਵਾਲੇ ਆ। ਠੀਕ ਆ, ਉਹ ਕੋਸ਼ਿਸ਼ ਕਰਿਓ ਤੇ ਫਿਰ ਈਜ਼ੀ ਲੱਗਣਾ ਸਟਾਰਟ ਹੋ ਜਾਊਗਾ। ਠੀਕ ਆ, ਲੱਗਦੀ ਹੈ ਸਮਝ? ਕਿਹੜਾ? ਬੋਲ ਸ਼ੀਅਰ ਮੋਡੂਲਸ ਦੇ ਵਿੱਚ? ਹਾਂ, ਹੁਣੇ ਦੱਸ ਦਿੰਦਾ। ਹਾਂ, ਸ਼ੀਅਰਿੰਗ ਸਟ੍ਰੇਨ। ਹਾਂ, ਕੁਐਸਚਨ ਹੈਗਾ ਸ਼ੀਅਰ ਸਟ੍ਰੇਨ ਦਾ। ਹਾਂ ਵੀ ਆਹ ਸਮਝ ਲੱਗ ਗਿਆ ਪੁੱਤ? ਆਹ ਕਰ ਲਓਗੇ ਕਿ ਕਰ ਲਿਆ? ਹਾਂ, ਤੇ ਕਰਨੇ ਆ ਜ਼ਰੂਰ, ਛੱਡ ਨਾ ਦਿਓ ਇਹਨੂੰ ਇੱਦਾਂ ਹੀ। ਓਕੇ, ਹਾਂਜੀ ਕੀ ਆ ਕੁਐਸਚਨ ਬੋਲੀ? ਸ਼ੀਅਰਿੰਗ ਸਟ੍ਰੇਨ ਕੀ ਹੁੰਦੀ ਹੈ? ਕਿਵੇਂ ਆ? ਠੀਕ ਆ, ਸੋ ਦੇਖੋ ਸ਼ੀਅਰਿੰਗ ਸਟ੍ਰੇਨ ਕੀ ਆ ਜੀ? ਹਾਂ, ਉਹ ਵੀ ਦੱਸ ਦਿਓ ਵੀ ਥੀਟਾ ਕਿਉਂ ਲੱਗਦਾ ਸੀ। ਸ਼ੀਅਰਿੰਗ ਸਟ੍ਰੇਨ ਕੀ ਆ? ਜਦੋਂ ਅਸੀਂ ਸਪੋਜ਼ ਕਰ ਲਓ ਇੱਕ ਸਿਲੰਡਰੀਕਲ ਬੋਡੀ ਆ, ਆਪਾਂ ਬੁੱਕ ਵਾਲੀ ਐਗਜ਼ਾਮਪਲ ਹੀ ਲੈ ਲਈਏ, ਸਿਲੰਡਰ। ਠੀਕ ਹੈ ਜੀ, ਨੀਚੇ ਵਾਲਾ ਇਹਦਾ ਫੇਸ ਆਪਾਂ ਫਿਕਸ ਕਰ ਲਿਆ, ਇਹ ਮੂਵ ਨਹੀਂ ਕਰ ਸਕਦਾ।
ਇਹਦੀ ਜਿਹੜੀ ਲੈਂਥ ਆ ਇਟ ਇਜ਼ ਕੈਪੀਟਲ ਐਲ। ਏਰੀਆ ਆਫ ਕ੍ਰਾਸ ਸੈਕਸ਼ਨ ਇੱਥੇ ਅਸੀਂ ਇਹ ਲਿਖ ਸਕਦੇ ਹਾਂ। ਹੁਣ ਇੱਥੇ ਪਾਸੇ ਅਸੀਂ ਫੋਰਸ ਲਗਾਈ, ਕਿਹੜੀ ਸਟ੍ਰੈਸ ਦਿੱਤੀ? ਟੈਂਜੈਂਸ਼ੀਅਲ ਸਟ੍ਰੈਸ। ਠੀਕ ਆ, ਇਹਨੂੰ ਅਸੀਂ ਸ਼ੀਅਰਿੰਗ ਸਟ੍ਰੈਸ ਵੀ ਕਹਿ ਸਕਦੇ ਹਾਂ। ਟੈਂਜੈਂਸ਼ੀਅਲ ਸਟ੍ਰੈਸ ਲਾਈ, ਇਹਨੂੰ ਕੀ ਕਹਿ ਸਕਦੇ ਆ? ਸ਼ੀਅਰਿੰਗ ਸਟ੍ਰੈਸ ਵੀ ਕਹਿ ਸਕਦੇ ਆ। ਕੀ ਹੋਇਆ ਵੀ ਨੀਚੇ ਵਾਲਾ ਫੇਸ ਤਾਂ ਉੱਥੇ ਹੀ ਫਿਕਸ ਰਿਹਾ, ਜਿਹੜਾ ਉਹ ਅੱਪਰ ਫੇਸ ਸੀਗਾ ਇਹ ਟਿਲਟ ਹੋ ਗਿਆ। ਇੱਥੇ ਆਹ ਫੇਸ ਸਾਡਾ ਫਿਕਸ ਹੋਇਆ ਤੇ ਕਿੰਨਾ ਟਿਲਟ ਹੋਇਆ? ਥੀਟਾ। ਇਹੀ ਆਪਾਂ ਬੁੱਕ ਨਾਲ ਐਗਜ਼ਾਮਪਲ ਕੀਤੀ ਸੀ। ਸੋ ਜਿੰਨੀ ਇੱਥੇ ਡਿਸਪਲੇਸਮੈਂਟ ਹੋ ਗਈ, ਦਿਸ ਇਜ਼ ਨੋਨ ਐਜ਼ ਡੈਲਟਾ ਐਕਸ। ਕਲੀਅਰ? ਤਾਂ ਜਿਹੜੀ ਸ਼ੀਅਰਿੰਗ ਸਟ੍ਰੇਨ ਆ ਉਹ ਕੀ ਆ? ਸ਼ੀਅਰਿੰਗ ਸਟ੍ਰੇਨ ਇਜ਼, ਇੱਥੇ ਹੁਣ ਆ ਐਲ ਸੀ, ਆ ਵੀ ਐਲ ਹੋ ਗਈ। ਜਿਹੜੀ ਸ਼ੀਅਰਿੰਗ ਸਟ੍ਰੇਨ ਆ ਇਹ ਹੈ ਸਾਡੀ ਡੈਲਟਾ ਐਕਸ, ਬਿਕੋਜ਼ ਚੇਂਜ ਇਨ ਲੈਂਥ ਆ ਹੋਈ ਆ ਥੋੜੀ ਜੀ, ਓਵਰ ਓਰੀਜਨਲ ਲੈਂਥ ਐਲ। ਡਿਸਪਲੇਸਮੈਂਟ ਕਹਾਂਗੇ ਕਿਉਂਕਿ ਲੈਂਥ ਵਾਈਜ਼ ਹੀ ਹੋਈ ਆ ਨਾ। ਇੱਧਰ ਨੂੰ ਡਿਸਪਲੇਸਮੈਂਟ ਆ ਜਿਹੜੀ ਉਹ ਲੈਂਥ ਹੀ ਹੁੰਦੀ ਆ। ਕਲੀਅਰ? ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬੋਡੀ ਸਟ੍ਰੇਟ ਲਾਈਨ ਚੱਲਦੀ ਆ ਉਹ ਡਿਸਪਲੇਸਮੈਂਟ ਕਹਿੰਦੇ ਆ, ਬਟ ਇਟ ਇਜ਼ ਲੈਂਥ। ਸੋ ਡੈਲਟਾ ਐਕਸ ਓਵਰ ਓਰੀਜਨਲ ਲੈਂਥ, ਆ ਚੇਂਜ ਇਨ ਲੈਂਥ ਹੋ ਗਈ, ਆ ਓਰੀਜਨਲ ਲੈਂਥ ਹੋ ਗਈ। ਪਰ ਇਹ ਜਿੰਨੀ ਮੈਂ ਬੋਰਡ ਤੇ ਸ਼ੋਅ ਕੀਤੀ ਆ ਇੰਨੀ ਕਦੇ ਵੀ ਨਹੀਂ ਹੁੰਦੀ। ਕਲੀਅਰ? ਹੁਣ ਜੇਕਰ ਇੱਥੇ ਆਪਾਂ ਕੋਈ ਇੱਦਾਂ ਦੀ ਐਗਜ਼ਾਮਪਲ ਲੈ ਲਈਏ, ਆਹ ਲੈਕਚਰ ਸਟੈਂਡ ਹੀ ਆ। ਲੈਕਚਰ ਸਟੈਂਡ ਨੂੰ ਮੈਂ ਥੱਲੇ ਵਾਲਾ ਫੇਸ ਫਿਕਸ ਰੱਖ ਕੇ ਉੱਪਰ ਨੂੰ ਇਹ ਟੇਢਾ ਫੋਰਸ ਲਾਉਣਾ, ਕਿੰਨਾ ਕੁ ਐਂਗਲ ਮੂਵ ਕਰਦਾ ਉੱਪਰੋਂ? ਕਿੰਨਾ ਕੁ ਟੇਢਾ ਹੁੰਦਾ? ਨੈਗਲੀਜੀਬਲ, ਬਹੁਤ ਥੋੜਾ। ਮਤਲਬ ਜਿਹੜਾ ਆਹ ਵਾਲਾ ਐਂਗਲ ਆ ਇਟ ਵਿਲ ਬੀ ਵੈਰੀ ਸਮੋਲ। ਹੁਣ ਇਹਨੂੰ ਥੀਟਾ ਕਿਵੇਂ ਲਿਖਿਆ? ਇਹ ਪੁਆਇੰਟ ਆਉਂਦਾ ਵੀ ਡੈਲਟਾ ਐਕਸ ਓਵਰ ਐਲ ਨੂੰ ਅਸੀਂ ਥੀਟਾ ਕਿਵੇਂ ਲਿਖਤਾ ਜੀ? ਧਿਆਨ ਨਾਲ ਦੇਖੋ, ਜਿਹੜੀ ਆ ਰਾਈਟ ਐਂਗਲ ਟ੍ਰਾਇੰਗਲ ਬਣਦੀ ਆ, ਰਾਈਟ ਐਂਗਲ ਬਣ ਗਈ ਨਾ। ਰਾਈਟ ਐਂਗਲ ਟ੍ਰਾਇੰਗਲ 'ਚ ਇੱਥੇ ਹੁਣ ਰਾਈਟ ਐਂਗਲ ਆ ਐਂਗਲ ਆ। ਹੁਣ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹਦਾ ਬੇਸ ਕਿਹੜਾ ਤੇ ਪਰਪੈਂਡੀਕੂਲਰ ਕਿਹੜਾ ਹੋਊਗਾ? ਬੇਸ ਐਲ ਹੋਊਗਾ ਕਿ ਡੈਲਟਾ ਐਕਸ ਹੋਊਗਾ? ਐਲ ਵਿਲ ਬੀ ਦੀ ਬੇਸ। ਵੈਰੀ ਗੁੱਡ। ਸੋ ਐਲ ਬੇਸ ਆ, ਪਰਪੈਂਡੀਕੂਲਰ ਡੈਲਟਾ ਐਕਸ ਆ, ਤੇ ਪਰਪੈਂਡੀਕੂਲਰ ਬਟੇ ਬੇਸ ਕਿਹੜਾ ਐਂਗਲ ਬਣਿਆ? ਟੈਂਜੈਂਟ ਥੀਟਾ। ਸੋ ਇਹਦਾ ਮਤਲਬ ਤੁਸੀਂ ਡੈਲਟਾ ਐਕਸ ਬਟੇ ਐਲ ਨੂੰ ਕੀ ਲਿਖ ਸਕਦੇ ਹੋ? ਟੈਂਜੈਂਟ ਥੀਟਾ। ਕਲੀਅਰ? ਹੁਣ ਆ ਗਈ ਗੱਲ ਅਗਲੀ ਵੀ ਕੱਲਾ ਥੀਟਾ ਕਿਵੇਂ ਲਿਖ ਲਿਆ? ਟੈਂਜੈਂਟ ਥੀਟਾ ਥੀਟੇ ਦੇ ਹੀ ਬਰਾਬਰ ਹੁੰਦਾ, ਨੀਅਰਲੀ ਇਕੁਅਲ ਟੂ ਥੀਟਾ ਹੀ ਹੁੰਦਾ, ਜੇਕਰ ਜਿਹੜੀ ਚੇਂਜ ਇਨ ਐਂਗਲ ਆ ਉਹ ਲੈਸ ਦੈਨ 1% ਹੋਵੇ। ਤੁਸੀਂ ਇਹਨੂੰ ਨੰਬਰਸ ਦੇ ਵਿੱਚ ਕਨਫਿਊਜ਼ ਨਾ ਕਰੋ, ਬਟ ਤੁਸੀਂ ਇਹ ਯਾਦ ਰੱਖਣਾ ਵੀ ਜਦੋਂ ਕਿਤੇ ਵੀ ਥੀਟਾ ਸਮੋਲ ਹੋਵੇ, ਵੈਰੀ ਸਮੋਲ ਹੋਵੇ, ਉਦੋਂ ਜਿਹੜਾ ਟੈਨ ਥੀਟਾ ਹੈ ਉਹ ਕਿਹਦੇ ਬਰਾਬਰ ਹੁੰਦਾ? ਥੀਟੇ ਦੇ ਬਰਾਬਰ ਹੀ ਹੁੰਦਾ। ਕਲੀਅਰ? ਸੋ ਇਹਦਾ ਮਤਲਬ ਇਹ ਹੋਇਆ ਵੀ ਅਸੀਂ ਡੈਲਟਾ ਐਕਸ ਓਵਰ ਐਲ ਨੂੰ ਕੀ ਲਿਖ ਸਕਦੇ ਆ? ਥੀਟਾ। ਸੋ ਆਵਰ ਵੈਲਿਊ ਆਫ ਸਟ੍ਰੇਨ ਇਜ਼ ਥੀਟਾ। ਤੇ ਮੋਡੂਲਸ ਆਫ ਸ਼ੀਅਰ ਕੀ ਬਣ ਗਿਆ ਫਿਰ? ਈਟਾ ਇਕੁਅਲ ਟੂ ਫੋਰਸ ਓਵਰ ਏਰੀਆ। ਇਹ ਤਾਂ ਸਟ੍ਰੈਸ ਹੋ ਗਈ। ਫੋਰਸ ਜਿਹੜੀ ਇੱਥੇ ਲਾਈ ਸੀ, ਏਰੀਆ ਜਿਹੜਾ ਇੱਧਰਲੇ ਪਾਸੇ ਵਾਲਾ ਏਰੀਆ ਸੀ, ਤੇ ਬਟੇ ਥੀਟਾ। ਸੋ ਦਿਸ ਇਜ਼ ਆਵਰ ਮੋਡੂਲਸ ਆਫ ਸ਼ੀਅਰ। ਤੇ ਆਹ ਵਾਲਾ ਕੀ ਆ? ਸ਼ੀਅਰਿੰਗ ਐਂਗਲ, ਤੇ ਇਹਨੂੰ ਹੀ ਅਸੀਂ ਸ਼ੀਅਰਿੰਗ ਸਟ੍ਰੇਨ ਕਹਿੰਦੇ ਆ। ਕਲੀਅਰ ਹੋ ਗਈ ਗੱਲ? ਓਕੇ। ਐਨੀ ਡਾਊਟਸ? ਹੋਰ ਕੋਈ ਕਿਸੇ ਦਾ ਕੁਐਸਚਨ? ਸੋ ਇੱਦਾਂ ਘਰੋਂ ਪੜ੍ਹ ਕੇ ਆਇਆ ਕਰੋ। ਕਿੱਥੇ ਬੇਟੇ? ਈਟਾ। ਜਿਵੇਂ ਆਪਾਂ ਯੰਗਸ ਮੋਡੂਲਸ ਨੂੰ ਵਾਈ ਕਿਹਾ ਸੀਗਾ, ਉਹ ਲਿਖਿਆ ਸੀਗਾ ਸਟ੍ਰੈਸ ਓਵਰ ਸਟ੍ਰੇਨ, ਆਹ ਵਾਲਾ ਫਾਰਮੂਲਾ। ਐਕਚੁਅਲੀ ਤਾਂ ਯੰਗਸ ਮੋਡੂਲਸ ਹੋਵੇ, ਚਾਹੇ ਬੋਲਕ ਮੋਡੂਲਸ ਹੋਵੇ, ਚਾਹੇ ਹੋਵੇ ਸਾਡਾ ਮੋਡੂਲਸ ਆਫ ਸ਼ੀਅਰ, ਇਹ ਸਿੰਬਲ ਆ ਮੋਡੂਲਸ ਆਫ ਸ਼ੀਅਰ ਦਾ। ਤੋ ਇਹਨਾਂ ਤਿੰਨਾਂ ਦੇ ਵਿੱਚ ਉੱਪਰਲੇ ਪਾਸੇ ਤਾਂ ਸਾਡੀ ਨਾਰਮਲ ਸਟ੍ਰੈਸ ਹੀ ਆਈ ਆ,
ਤੇ ਥੱਲੇ ਇਹਦੇ ਬਲਕ ਮੋਡੂਲਸ ਦੇ ਕੀ ਆਇਆ ਸੀ ਮਾਈਨਸ ਡੈਲਟਾ ਵੀ ਅਪੋਨ ਵੀ, ਕਿਉਂਕਿ ਵੋਲੀਅਮ ਰਿਡਿਊਸ ਹੋਇਆ ਸੀ। ਤੇ ਈਟਾ ਦੇ ਵਿੱਚ ਕੀ ਆ, ਸਟ੍ਰੈਸ ਤਾਂ ਸਾਡੀ ਉਹੀ ਫੋਰਸ ਓਵਰ ਏਰੀਆ ਆਉਣੀ ਆ, ਤੇ ਬਟੇ ਸਟ੍ਰੇਨ ਕੀ ਆ, ਪੈ ਗਈ ਪੱਲੇ ਗੱਲ। ਹਾਂਜੀ, ਹੁਣ ਜਿਹੜੇ ਇਹਦੇ ਕੁਐਸਚਨਸ ਹੋਣਗੇ ਉੱਥੇ ਫੋਰਸ ਤੇ ਏਰੀਆ ਕਿੱਥੇ ਲੈਣਾ, ਏਰੀਆ ਕਿਹੜੀ ਸਰਫੇਸ ਦਾ ਲੈਣਾ। ਜਿਵੇਂ ਮੰਨ ਲਓ ਇੱਥੇ ਤਾਂ ਆਹ ਸਿਲੰਡਰੀਕਲ ਬੋਡੀ ਸੀ, ਤੇ ਆਪਾਂ ਇਹਦੀ ਜਗ੍ਹਾ ਤੇ ਮੰਨ ਲਓ ਰੈਕਟੈਂਗੂਲਰ ਬੋਡੀ ਲੈ ਲਈਏ, ਤਾਂ ਜਿਹੜਾ ਉਹਦਾ ਇੱਧਰਲਾ ਫੇਸ ਹੋਊਗਾ, ਕਿਊਬਿਕਲ ਬੋਡੀ ਲੈ ਲਈਏ, ਕਿਊਬਿਕਲ ਬੋਡੀ ਇਹਦੇ ਵਿੱਚ ਹੁਣ ਫੋਰਸ ਲਾਵਾਂਗੇ ਇੱਧਰਲੇ ਪਾਸੇ, ਤਾਂ ਫੋਰਸ ਤਾਂ ਜਿੰਨੀ ਲਾਵਾਂਗੇ ਉਹ ਤਾਂ ਸਾਡੀ ਐਫ ਹੋ ਗਈ। ਏਰੀਆ ਕਿਹੜਾ ਯੂਜ਼ ਕਰਨਾ, ਜਿਹੜਾ ਇੱਧਰਲੇ ਫੇਸ ਦਾ ਏਰੀਆ ਹੋਊਗਾ, ਦ ਫੇਸ ਔਨ ਵਿਚ ਫੋਰਸ ਐਕਟਸ। ਕਲੀਅਰ, ਸਮਝ ਲੱਗ ਗਈ। ਹਾਂ ਬਈ, ਬਾਕੀ ਜਾਣੇ ਵੀ ਪੜ੍ਹ ਕੇ ਆਇਆ ਕਰੋ ਤੇ ਕੁਐਸਚਨ ਪੁੱਛਿਆ ਕਰੋ। ਜੇ ਪੁੱਤ ਕੁਐਸਚਨ ਪੁੱਛੋਗੇ ਤੁਹਾਡੇ ਡਾਊਟ ਕਲੀਅਰ ਹੋ ਜਾਣਗੇ, ਅਦਰਵਾਈਜ਼ ਦੇ ਵਿਲ ਮੇਕ ਏ ਹਿਊਜ ਲੰਪ, ਹੀਪ ਬਣ ਜੂਗੀ, ਢੇਰ ਲੱਗ ਜੂਗਾ ਡਾਊਟਸ ਦਾ। ਜੇ ਡਾਊਟਸ ਦਾ ਢੇਰ ਲੱਗ ਗਿਆ ਫਿਰ ਕੀ ਹੋਊਗਾ, ਤੁਸੀਂ ਕਹੋਗੇ ਵੀ ਇਹ ਮੇਰੇ ਬੱਸ ਦਾ ਰੋਗ ਨਹੀਂ। ਪਰ ਜੇ ਤੁਸੀਂ ਕੁਐਸਚਨ ਪੁੱਛ ਕੇ ਆਪਦੇ ਡਾਊਟ ਕਲੀਅਰ ਕਰ ਲਓਗੇ, ਜਿਵੇਂ ਹੁਣ ਇਸ ਬੱਚੇ ਨੇ ਕੀਤਾ, ਦੈਨ ਯੂ ਵਿਲ ਐਕਸੈਲ। ਫਿਰ ਤੁਸੀਂ ਕਹੋਗੇ ਵੀ ਇਹ ਤਾਂ ਕੋਈ ਗੱਲ ਹੀ ਨਹੀਂ। ਰੀਜ਼ਨ ਕੀ ਆ ਕੁਐਸਚਨ ਪੁੱਛਣ ਦਾ, ਰੀਜ਼ਨ ਕੀ ਆ, ਮੈਨੂੰ ਤਾਂ ਇਹ ਆ ਨਾ ਵੀ ਤੁਹਾਨੂੰ ਸਮਝ ਲੱਗ ਗਈ, ਜਿਹੜਾ ਮੈਂ ਪੜ੍ਹਾਤਾ ਤੁਹਾਨੂੰ ਸਮਝ ਲੱਗ ਗਈ, ਮੈਂ ਅਗਲੇ ਦਿਨ ਉਦੋਂ ਅੱਗੇ ਪੜ੍ਹਾਉਣਾ ਸ਼ੁਰੂ ਕਰ ਦੇਣਾ। ਮੈਨੂੰ ਦੂਜੇ ਦਿਨ ਮੇਰੇ ਦਿਮਾਗ 'ਚ ਇਹੀ ਆ ਵੀ ਕੱਲ੍ਹ ਵਾਲਾ ਲੈਕਚਰ ਇਹਨਾਂ ਨੂੰ ਆਉਂਦਾ, ਠੀਕ ਆ, ਮੈਂ ਉਹ ਅਜ਼ਿਊਮ ਕਰਕੇ ਚੱਲੂਗਾ ਵੀ ਇਹ ਚੀਜ਼ ਇਹਨਾਂ ਨੂੰ ਪਤਾ। ਪਰ ਜੇ ਤੁਹਾਡੇ ਮਨ 'ਚ ਕੋਈ ਇਹੋ ਜਿਹੀ ਡਾਊਟ ਰਹਿ ਗਿਆ, ਉਹ ਫਿਰ ਮੈਨੂੰ ਤਾਂ ਪਤਾ ਨਹੀਂ ਲੱਗਣਾ। ਡਾਕਟਰ ਨੂੰ ਜੇ ਆਪਾਂ ਦੱਸਾਂਗੇ ਨਾ ਵੀ ਮੇਰਾ ਢਿੱਡ ਦੁਖਦਾ, ਕਿ ਮੇਰੇ ਪੈਰ 'ਚ ਦਰਦ ਆ ਜਾਂ ਸਿਰ 'ਚ ਦਰਦ ਆ ਜਾਂ ਮੈਨੂੰ ਕੋਈ ਹੋਰ ਪ੍ਰੋਬਲਮ ਆ, ਤਾਂ ਬਿਮਾਰੀ ਦਾ ਇਲਾਜ ਪੁੱਤ ਫਿਰ ਉਹੀ ਕਰੂਗਾ ਨਾ। ਬਿਮਾਰੀ ਜੇ ਉਹ ਦੱਸਾਂਗੇ ਵੀ ਮੈਨੂੰ ਆਹ ਜ਼ੁਕਾਮ ਹੋਇਆ, ਦੱਸਾਂਗੇ ਤਾਂ ਹੀ ਜ਼ੁਕਾਮ ਦੀ ਦਵਾਈ ਦਊ। ਕਲੀਅਰ। ਤੋ ਇਸ ਕਰਕੇ ਕੁਐਸਚਨ ਪੁੱਛੋਗੇ ਤਾਂ ਫਿਰ ਮੈਂ ਤੁਹਾਡਾ ਕਲੀਅਰ ਕਰ ਦੂੰਗਾ ਨਾਲ ਦੀ ਨਾਲ, ਤੇ ਅਦਰਵਾਈਜ਼ ਅਗਲੇ ਲੈਕਚਰ 'ਚ ਵੀ ਕੋਈ ਨਾ ਕੋਈ ਡਾਊਟ ਰਹਿ ਜਾਣਾ, ਉਦੋਂ ਅਗਲੇ 'ਚ ਵੀ ਡਾਊਟ ਰਹਿ ਜਾਣਾ। ਤੇ ਤੁਸੀਂ ਜਾ ਕੇ ਕੀ ਕਰਨਾ, ਬੁੱਕ ਪੜ੍ਹਨੀ ਆ, ਥਿਊਰੀ ਚੰਗੀ ਤਰ੍ਹਾਂ ਪੜ੍ਹਨੀ ਆ। ਜਿਹੜਾ ਲਫ਼ਜ਼ ਇੰਗਲਿਸ਼ ਦਾ ਨਹੀਂ ਸਮਝ ਲੱਗਦਾ, ਇੰਗਲਿਸ਼ ਵਾਲੀ ਡਿਕਸ਼ਨਰੀ 'ਚੋਂ ਦੇਖੋ। ਜਿਹੜਾ ਸਾਇੰਸ ਦੀ ਮਤਲਬ ਨਹੀਂ ਸਮਝ ਲੱਗਦਾ, ਉਹ ਦੂਜੇ ਦਿਨ ਆ ਕੇ ਮੈਨੂੰ ਪੁੱਛੋ ਵੀ ਆਹ ਸਮਝ ਨਹੀਂ ਲੱਗਿਆ ਜੀ ਕੱਲ੍ਹ ਵਾਲੇ 'ਚੋਂ। ਕਲੀਅਰ। ਤੇ ਫਿਰ ਤੁਹਾਡੇ ਡਾਊਟਸ ਕਲੀਅਰ ਹੋ ਜਾਣਗੇ। ਸੋ ਇਹੀ ਫਿਜ਼ਿਕਸ ਦੇ ਵਿੱਚ ਤੁਹਾਨੂੰ ਪੜ੍ਹਨ 'ਚ ਮਜ਼ਾ ਆਉਣਾ ਸ਼ੁਰੂ ਹੋ ਜਾਊਗਾ। ਕਲੀਅਰ। ਚਲੋ ਠੀਕ ਆ, ਅੱਜ ਇੰਨਾ ਹੀ ਕਰਦੇ ਹਾਂ।